जी आया नूं प्यारे विद्यार्थियों 8th क्लास दी साइंस दी बुक दा चैप्टर नंबर 17 stars and the solar system. So in this video we are going to do the keywords of this chapter and we have divided this chapter into two parts, keywords part 1, keywords part 2, ਤਾਂ ਕਿ ਵੀਡੀਓ ਬਹੁਤ ਜ਼ਿਆਦਾ ਲੰਬਾ ਨਾ ਹੋ ਜਾਏ, ਇਸ ਕਰਕੇ ਇਹਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਸੋ ਇਸ ਵੀਡੀਓ ਵਿੱਚ ਅਸੀਂ ਕੀਵਰਡਸ ਪਾਰਟ 1 ਕਰਾਂਗੇ। ਸੋ ਤੁਸੀਂ ਸਾਰੇ ਆਪਣੀ ਨੋਟਬੁੱਕ ਲੈ ਲਓ, ਨਾਲ ਪੈਨ ਪੈਨਸਿਲ ਲੈ ਲਓ। ਸੋ ਜਿਹੜੀਆਂ ਗੱਲਾਂ ਦੱਸੀਆਂ ਜਾਣਗੀਆਂ ਉਹਨਾਂ ਨੂੰ ਨੋਟ ਕਰਨਾ ਆਪਣੇ ਸ਼ਬਦਾਂ ਵਿੱਚ, ਜਿਹੜੀਆਂ ਗੱਲਾਂ ਐਕਸਪਲੇਨ ਕੀਤੀਆਂ ਜਾਣਗੀਆਂ ਜ਼ੁਬਾਨੀ, ਅਤੇ ਜਿਹੜੇ ਨੋਟਸ ਤੁਹਾਡੇ ਲਈ ਲਿਖ ਕੇ ਤਿਆਰ ਕਰਕੇ ਵੀਡੀਓ 'ਚ ਪਾਏ ਜਾ ਰਹੇ ਨੇ ਉਹ ਤੁਸੀਂ ਵੀਡੀਓ ਪੌਜ਼ ਕਰਕੇ ਉਹਨਾਂ ਨੂੰ ਕਾਪੀ ਡਾਊਨ ਕਰ ਲੈਣਾ ਹੈ। ਸੋ ਇਹ ਨੋਟਸ ਬੜੇ ਸਿੰਪਲੀਫਾਈਡ ਕਰਕੇ ਬੜੀ ਸਿੰਪਲ ਲੈਂਗੁਏਜ ਵਿੱਚ ਤੁਹਾਡੇ ਲਈ ਤਿਆਰ ਕੀਤੇ ਗਏ ਨੇ। ਸੋ ਤੁਸੀਂ ਇਹਦਾ ਬੈਨੀਫਿਟ ਮੈਕਸਿਮਮ ਲਓ, ਇਸ ਚੀਜ਼ ਨੂੰ ਕਾਪੀ ਡਾਊਨ ਕਰ ਲਓ। ਸੋ ਆਓ ਸ਼ੁਰੂ ਕਰੀਏ। Celestial objects. The stars, the planets, the moon and many other objects in the sky are called celestial objects. Celestial ਬੱਚਿਓ ਜਿਹੜਾ ਵਰਡ ਹੈ ਉਹ ਐਕਚੁਅਲੀ ਸਕਾਈ ਦਾ ਐਡਜੈਕਟਿਵ ਹੈ, ਵਿਸ਼ੇਸ਼ਣ ਹੈ। ਜਿਵੇਂ ਸਕਾਈ ਜਿਹੜਾ ਹੈ ਉਹ ਹੈ ਨਾਮ ਹੈਗਾ, ਅਤੇ ਸੈਲੈਸਟੀਅਲ ਸਕਾਈ ਦਾ ਐਡਜੈਕਟਿਵ ਹੈਗਾ। ਸੋ ਸੈਲੈਸਟੀਅਲ ਆਬਜੈਕਟਸ ਦਾ ਮਤਲਬ ਹੋ ਗਿਆ ਆਬਜੈਕਟਸ ਰਿਲੇਟਿਡ ਟੂ ਸਕਾਈ। ਅਤੇ ਸਾਡੇ ਸਕਾਈ ਵਿੱਚ, ਆਕਾਸ਼ ਵਿੱਚ ਸਟਾਰਸ, ਤਾਰੇ ਹੈਗੇ ਨੇ, ਪਲੈਨਟਸ ਹੈਗੇ ਨੇ, ਗ੍ਰਹਿ ਹੈਗੇ ਨੇ, ਮੂਨ ਹੈਗਾ, ਅਤੇ ਹੋਰ ਬੜੀਆਂ ਗਲੈਕਸੀਜ਼, ਬੜੇ ਸਾਰੇ ਆਬਜੈਕਟ ਹੈਗੇ ਨੇ। ਇਹ ਸਾਰਿਆਂ ਨੂੰ ਕਿਹਾ ਜਾਂਦਾ ਹੈ ਸੈਲੈਸਟੀਅਲ ਆਬਜੈਕਟਸ, ਦੈਟ ਇਜ਼ ਦੀ ਆਬਜੈਕਟਸ ਇਨ ਦਾ ਸਕਾਈ। ਅਤੇ ਦੀ ਮੂਨ ਇਜ਼ ਦੀ ਬਰਾਈਟੈਸਟ ਆਬਜੈਕਟ ਇਨ ਦੀ ਨਾਈਟ ਸਕਾਈ। ਜੋ ਸਾਡਾ ਜਗਤ 'ਤੇ ਅਸੀਂ ਦੇਖਦੇ ਹਾਂ, ਜੋ ਸਾਡੀ ਨਜ਼ਰਾਂ 'ਚ ਪੈਂਦਾ ਹੈ, ਉਹਦੇ ਵਿੱਚ ਜਿਹੜਾ ਸੂਰਜ ਨੂੰ ਛੱਡ ਕੇ ਹੈ ਨਾ, ਜਿਹੜਾ ਸਭ ਤੋਂ ਜ਼ਿਆਦਾ ਚਮਕਦਾਰ ਜੇ ਕੋਈ ਆਬਜੈਕਟ ਹੈ ਅਤੇ ਉਹ ਚੰਦਰਮਾ ਹੈ। ਤੁਸੀਂ ਦੇਖੋ ਪੂਰਨਮਾਸ਼ੀ ਵੇਲੇ ਚੰਦਰਮਾ ਦਾ ਪ੍ਰਕਾਸ਼ ਇੰਨਾ ਹੁੰਦਾ ਕਿ ਕਈ ਵਾਰ ਪਰਛਾਵਾਂ ਵੀ ਪੈਂਦਾ ਹੈ, ਤਾਂ ਸਾਨੂੰ ਸਾਫ਼ ਕਈ ਵਾਰ ਕਾਫੀ ਗੱਲਾਂ ਜਿਹੜੀ ਚੀਜ਼ਾਂ ਨੇ ਨਜ਼ਰ ਆਉਂਦੀਆਂ ਨੇ। ਸੋ ਮੂਨ ਇਜ਼ ਦੀ ਬਰਾਈਟੈਸਟ ਆਬਜੈਕਟ ਇਨ ਦਾ ਨਾਈਟ ਸਕਾਈ। ਠੀਕ ਹੈ। ਅਗਲੀ ਗੱਲ ਆ ਗਈ ਬੱਚਿਓ ਕਿ ਐਸਟਰੋਨੋਮੀ। ਐਸਟਰੋਨੋਮੀ ਇਜ਼ ਪਾਰਟ ਆਫ, you can say it's a branch of science. The study of celestial objects and associated phenomena is called astronomy. ਜਿਹੜੇ ਸੈਲੈਸਟੀਅਲ ਆਬਜੈਕਟ ਹੈਗੇ ਨੇ, ਤਾਰਿਆਂ ਦਾ, ਗ੍ਰਹਿ ਦਾ, ਚੰਦਰਮਾ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਆਕਾਸ਼ ਵਿੱਚ, ਜਿਹੜੇ ਕੁਦਰਤੀ ਵਰਤਾਰੇ ਵਰਤ ਰਹੇ ਨੇ, ਫਿਨੋਮੀਨਾ ਹੁੰਦੇ ਨੇ, ਉਹਨਾਂ ਦੀ ਸਟੱਡੀ, ਅਤੇ ਜਿਹੜੇ ਸੈਲੈਸਟੀਅਲ ਆਬਜੈਕਟ ਹੈਗੇ ਨੇ, ਤਾਰੇ, ਗ੍ਰਹਿ, ਚੰਦਰਮਾ ਆਦਿ, ਇਹਨਾਂ ਦੀ ਖੋਜ, ਇਹਨਾਂ ਦੀ ਸਟੱਡੀ ਕਰਨੀ, ਇਹਨਾਂ ਬਾਰੇ ਕੋਈ ਹੋਰ ਪੜਤਾਲ ਕਰਨੀ, ਇਸ ਬ੍ਰਾਂਚ ਨੂੰ, ਇਸ ਸਟੱਡੀ ਨੂੰ ਕਿਹਾ ਜਾਂਦਾ ਹੈ ਐਸਟਰੋਨੋਮੀ। ਠੀਕ ਹੈ। ਆਓ ਅੱਗੇ ਚਲੀਏ। ਫੁੱਲ ਮੂਨ ਡੇ ਐਂਡ ਨਿਊ ਮੂਨ ਡੇ। ਇਹ ਹੁਣ ਬੱਚੇ ਦੇਖ ਲਓ, ਲਿਖ ਲਓ ਤੁਸੀਂ। ਫੁੱਲ ਮੂਨ ਡੇ ਇਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਪੂਰਨਮਾਸ਼ੀ। ਠੀਕ ਹੈ। ਮਤਲਬ ਪੂਰਨਮਾਸ਼ੀ ਨੂੰ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਹੈ ਫੁੱਲ ਮੂਨ ਡੇ। ਅਤੇ ਨਿਊ ਮੂਨ ਡੇ ਅੰਗਰੇਜ਼ੀ ਵਿੱਚ ਕਹਿੰਦੇ ਹਾਂ ਮੱਸਿਆ, ਅਮਾਵਸ। ਠੀਕ ਹੈ। ਸੋ ਪੰਜਾਬੀ 'ਚ ਨਿਊ ਮੂਨ ਡੇ ਨੂੰ ਪੰਜਾਬੀ 'ਚ ਕਿਹਾ ਜਾਂਦਾ ਮੱਸਿਆ, ਅਤੇ ਫੁੱਲ ਮੂਨ ਡੇ ਨੂੰ ਕਿਹਾ ਜਾਂਦਾ ਪੂਰਨਮਾਸ਼ੀ। ਇਹ ਤੁਸੀਂ ਲਿਖ ਲਵੋ, ਤੁਹਾਡੀ ਇੱਕ ਅੰਗਰੇਜ਼ੀ ਵਿੱਚ ਵੀ, ਅੰਗਰੇਜ਼ੀ ਦੇ ਗਿਆਨ 'ਚ ਵੀ ਵਾਧਾ ਹੋ ਜਾਏਗਾ। ਠੀਕ ਹੈ। ਦੀ ਡੇ ਔਨ ਵਿਚ ਦੀ ਹੋਲ ਡਿਸਕ ਮੈਨੇ ਹੁੰਦਾ ਬੱਚਿਓ ਚੱਕਰ, ਹੋਲ ਮੈਨੇ ਸਾਰਾ ਚੱਕਰ, ਆਫ ਦਾ ਮੂਨ ਇਜ਼ ਵਿਜ਼ੀਬਲ। ਜਦੋਂ ਸਾਰਾ ਚਮਕਦਾਰ ਚੱਕਰ ਪੂਰਾ ਗੋਲ ਚੰਦਰਮਾ ਦਾ ਨਜ਼ਰ ਆਉਂਦਾ ਹੈ, ਇਜ਼ ਨੋਨ ਐਜ਼ ਦੀ ਫੁੱਲ ਮੂਨ ਡੇ। ਉਹਨੂੰ ਅਸੀਂ ਕਹਿੰਦੇ ਹਾਂ ਫੁੱਲ ਮੂਨ ਡੇ, ਅਰਥਾਤ ਪੂਰਨਮਾਸ਼ੀ। ਦੇਅਰ ਆਫਟਰ, ਉਸ ਮਗਰੋਂ, ਐਵਰੀ ਨਾਈਟ, ਹਰ ਰਾਤ ਨੂੰ, ਦੀ ਸਾਈਜ਼ ਆਫ ਦੀ ਬਰਾਈਟ ਪਾਰਟ ਆਫ ਦਾ ਮੂਨ ਅਪੀਅਰਸ ਟੂ ਰਿਡਿਊਸ। ਇਵੇਂ ਜਾਪਦਾ ਹੈ ਕਿ ਜਿਹੜਾ ਚਾਨਣ ਪੱਖ ਹੈਗਾ, ਜਿਹੜਾ ਪੂਰਾ ਉਹ ਗੋਲ ਚਮਕਦਾਰ ਹਿੱਸਾ ਸੀਗਾ, ਉਹ ਹਰ ਰਾਤ ਘਟਣਾ ਸ਼ੁਰੂ ਹੋ ਜਾਂਦਾ ਹੈ। ਇਟ ਅਪੀਅਰਸ ਟੂ ਰਿਡਿਊਸ। ਠੀਕ ਹੈ। ਔਨ ਦੀ 15th ਡੇ ਦੀ ਮੂਨ ਇਜ਼ ਨਾਟ ਵਿਜ਼ੀਬਲ। ਅਤੇ 15ਵੇਂ ਦਿਨ ਕੀ ਹੁੰਦਾ ਕਿ ਚੰਦਰਮਾ ਬਿਲਕੁਲ ਅਲੋਪ ਹੋ ਜਾਂਦਾ ਹੈ, ਨਜ਼ਰ ਨਹੀਂ ਆਉਂਦਾ। ਦਿਸ ਡੇ ਇਜ਼ ਨੋਨ ਐਜ਼ ਦੀ ਨਿਊ ਮੂਨ ਡੇ। ਇਹਨੂੰ ਕਿਹਾ ਜਾਂਦਾ ਹੈ ਨਿਊ ਮੂਨ ਡੇ, ਅਰਥਾਤ ਮੱਸਿਆ। ਸੋ ਪੂਰਨਮਾਸ਼ੀ ਤੋਂ 15ਵੇਂ ਦਿਨ ਬਾਅਦ ਕੀ ਹੋ ਜਾਂਦਾ, ਮੱਸਿਆ ਆ ਜਾਂਦੀ ਹੈ। ਠੀਕ ਹੈ। ਦੀ ਨੈਕਸਟ ਡੇ, ਉਸ ਤੋਂ ਬਾਅਦ ਫਿਰ ਓਨਲੀ ਅ ਸਮਾਲ ਪੋਰਸ਼ਨ ਆਫ ਦਾ ਮੂਨ ਇਜ਼ ਵਿਜ਼ੀਬਲ। ਫਿਰ ਹਲਕੀ ਜਿਹਾ, ਜਿੱਦਾਂ ਫਾੜੀ ਨਹੀਂ ਹੁੰਦੀ, ਸੰਤਰੇ ਦੀ ਫਾੜੀ, ਜਾਂ ਕਹਿ ਲਓ ਕੋਈ ਆਪਣੀ ਖਰਬੂਜੇ ਦੀ ਫਾੜੀ ਵਾਂਗੂ ਇੱਕ ਕਰਵ ਜਿਹਾ ਨਜ਼ਰ ਆਉਂਦਾ ਹੈ। ਠੀਕ ਹੈ। ਮਤਲਬ ਕਿ ਪੂਰਨਮਾਸ਼ੀ ਤੋਂ ਅਗਲੇ ਦਿਨ ਪਤਲਾ ਜਿਹਾ। ਦਿਸ ਇਜ਼ ਨੋਨ ਐਜ਼ ਦੀ ਕ੍ਰੀਸੈਂਟ ਮੂਨ। ਇਹਦਾ ਨਾਂ ਹੈ ਕ੍ਰੀਸੈਂਟ। ਜਿਹੜਾ ਇੱਕੋ ਦਮ ਇੱਦਾਂ
ਆਰਕ ਵਾਂਗੂ ਹੁੰਦਾ, ਕਰਵ, ਜਿੱਦਾਂ ਇੱਕ ਫਾੜੀ ਹੁੰਦੀ ਕਿਸੇ ਚੀਜ਼ ਦੀ, ਫਰੂਟ ਦੀ, ਤੇ ਉਹਨੂੰ ਕਿਹਾ ਜਾਂਦਾ ਕ੍ਰੀਸੈਂਟ ਮੂਨ। ਠੀਕ ਹੈ। ਦੈਨ ਅਗੇਨ ਦੀ ਮੂਨ ਗਰੋਜ਼ ਲਾਰਜਰ, ਫਿਰ ਕ੍ਰੀਸੈਂਟ ਜਿਹੜਾ ਵੱਡਾ ਹੁੰਦਾ ਜਾਂਦਾ ਹੈ। ਦੈਨ ਅਗੇਨ ਦੀ ਮੂਨ ਗਰੋਜ਼ ਲਾਰਜਰ, ਉਹਦਾ ਚਾਨਣ ਪੱਖ ਜਿਹੜਾ ਹੈ ਉਹ ਵੱਡਾ ਹੁੰਦਾ ਜਾਂਦਾ ਐਵਰੀ ਡੇ। ਐਂਡ ਔਨ ਦੀ 15th ਡੇ, ਫਿਰ ਮੱਸਿਆ ਤੋਂ ਲੈ ਕੇ 15ਵੇਂ ਦਿਨ, ਵੰਸ ਅਗੇਨ ਵੀ ਗੈਟ ਅ ਫੁੱਲ ਮੂਨ ਡੇ, ਤੇ ਦੁਬਾਰਾ 15ਵੇਂ ਦਿਨ ਫਿਰ ਆਪਣੀ ਪੂਰਨਮਾਸ਼ੀ ਆ ਜਾਂਦੀ ਹੈ। ਠੀਕ ਹੈ। ਆਓ ਅੱਗੇ ਚਲੀਏ। ਹੁਣ ਇਹ ਹੁੰਦਾ ਕਿਸ ਤਰ੍ਹਾਂ ਬੱਚਿਓ, ਦੇਖੋ, ਕਿਉਂਕਿ ਚੰਦਰਮਾ ਦੀ ਆਪਣੀ ਰੋਸ਼ਨੀ ਨਹੀਂ ਹੈਗੀ। ਠੀਕ ਹੈ। ਹੁਣ ਦੇਖੋ, ਇਹ ਹੈਗਾ ਚੰਦਰਮਾ, ਮੰਨ ਲਓ ਇਹ ਚੰਦਰਮਾ ਹੈਗਾ, ਇਹ ਇੱਕ ਡਾਇਗਰਾਮ ਸਮਝਾਉਣ ਲਈ ਹੈ। ਠੀਕ ਹੈ। ਇਹ ਧਰਤੀ ਹੈ ਸਾਡੀ ਅਰਥ, ਤੇ ਇਹ ਸੂਰਜ ਹੈ ਪੀਲੇ ਰੰਗ ਦਾ ਵੱਡਾ ਦਿਖਾਇਆ। ਤੇ ਇਹ ਬੱਚਿਓ, ਕਿਉਂਕਿ ਸੂਰਜ ਬਹੁਤ ਦੂਰ ਹੈ, ਬਿਕੋਜ਼ ਦ ਸਨ ਇਜ਼ ਵੈਰੀ ਫਾਰ, ਤੇ ਅਸੀਂ ਜਾਣਦੇ ਹਾਂ ਵੈਨ ਦੀ ਸੋਰਸ ਆਫ ਲਾਈਟ ਇਜ਼ ਵੈਰੀ ਵੈਰੀ ਫਾਰ, then the rays of light coming from that source are considered as parallel। ਸੋ ਇਹ ਜਿਹੜੀਆਂ ਇਹ ਪੈਰਲਲ ਤੁਸੀਂ ਰੇਖਾਵਾਂ ਦੇਖ ਰਹੇ ਹੋ, ਲਾਈਨਾਂ ਦੇਖ ਰਹੇ ਹੋ, ਇਹ ਅਸਲ ਵਿੱਚ ਕੀ ਹੈ, ਇਹ ਸੂਰਜ ਦੀਆਂ ਕਿਰਨਾਂ ਨੇ। ਸੋ ਸੂਰਜ ਦੀ ਕਿਰਨਾਂ ਧਰਤੀ ਤੇ ਪਈਆਂ, ਦੇਖੋ, ਜਿਹੜੇ ਸੂਰਜ ਦੀ ਕਿਰਨਾਂ ਧਰਤੀ ਤੇ ਪਈਆਂ, ਇੱਥੋਂ ਛੋ ਕੇ ਇੱਥੇ ਚਲੀ ਗਈਆਂ, ਇੱਥੋਂ ਛੋ ਕੇ ਇੱਥੇ ਚਲੀ ਗਈਆਂ, ਤੇ ਜਿਹੜਾ ਅੱਧਾ ਪਾਸਾ ਹੈ ਵਾਲਾ, ਇਹਨੂੰ ਹੋ ਗਿਆ ਦਿਨ। ਅਸੀਂ ਕਹਿੰਦੇ ਇੱਥੇ ਪਾਸੇ ਦਿਨ ਹੋ ਗਿਆ, ਤੇ ਧਰਤੀ ਦੇ ਦੂਜੇ ਪਾਸੇ ਜਿਹੜਾ ਜਿੱਥੇ ਚਾਨਣਾ ਨਹੀਂ ਪਹੁੰਚਿਆ ਉਹ ਹੋ ਗਈ ਰਾਤ। ਠੀਕ ਹੈ ਨਾ। ਇਸੇ ਤਰ੍ਹਾਂ ਚੰਦਰਮਾ ਤੇ ਵੀ ਹੋ ਜਾਂਦਾ, ਜਿਹੜਾ ਇਹ ਵਾਲਾ ਪੱਖ ਹੈ, ਇਹ ਵਾਲਾ ਪਾਸਾ ਹੈ, ਉੱਥੇ ਤੇ ਚਾਨਣਾ, ਉੱਥੋਂ ਲਾਈਟ ਸਨ ਦੀ ਸਟ੍ਰਾਈਕ ਕੀਤੀ, ਰਿਫਲੈਕਟ ਹੋ ਕੇ ਆ ਗਈ, ਇੱਥੇ ਰਿਫਲੈਕਟ ਹੋ ਕੇ ਇੱਦਾਂ ਆ ਗਈ, ਇੱਥੇ ਰਿਫਲੈਕਟ ਹੋ ਕੇ ਇੱਦਾਂ ਆ ਗਈ, ਇੱਦਾਂ ਰਿਫਲੈਕਟ ਹੋ ਕੇ ਧਰਤੀ ਤੇ ਪਹੁੰਚ ਗਈ। ਤੇ ਸਾਨੂੰ ਫਿਰ ਧਰਤੀ ਤੇ ਬੈਠੇ ਬੰਦਿਆਂ ਨੂੰ ਚੰਦਰਮਾ, ਇਹ ਵਾਲਾ ਪਾਸਾ ਜਿਹੜਾ ਹੈ, ਜਿੰਨਾ ਵੀ ਨਜ਼ਰ ਆਉਂਦਾ ਹੈ ਉਹ ਚਮਕਦਾ ਨਜ਼ਰ ਆਉਂਦਾ ਹੈ, ਤੇ ਚੰਦਰਮਾ ਦਾ ਪਿਛਲਾ ਪਾਸਾ ਹੈ ਉਹ ਹਨੇਰਾ ਹੈ, ਉਹ ਪਿਛਲਾ ਪਾਸਾ ਨਜ਼ਰ ਨਹੀਂ ਆਉਂਦਾ। ਮੋਰਲਾ ਪਾਸਾ ਚਮਕਦਾਰ ਜਿਹੜਾ ਸਾਨੂੰ ਨਜ਼ਰ ਆਉਂਦਾ ਹੈ, ਇਹਦਾ ਮਤਲਬ ਕੀ ਹੈ ਕਿ ਦੀ ਸਨਸ ਰੇਜ਼ ਆਰ ਫਾਲਿੰਗ ਔਨ ਦੈਟ ਪਾਰਟ ਐਂਡ ਆਫਟਰ ਰਿਫਲੈਕਸ਼ਨ ਦੇ ਆਰ ਰੀਚਿੰਗ ਦੀ ਅਰਥ। ਸੂਰਜ ਦੀ ਕਿਰਨਾਂ ਚੰਦਰਮਾ ਤੇ ਟਕਰਾ ਕੇ ਜਿਹੜੇ ਧਰਤੀ ਤੇ ਪਹੁੰਚਦੀਆਂ ਨੇ, ਤੇ ਜਿਹੜੇ ਹਿੱਸੇ ਤੋਂ ਟਕਰਾ ਕੇ ਪਹੁੰਚਦੀਆਂ ਨੇ ਉਹ ਹਿੱਸਾ ਸਾਨੂੰ ਨਜ਼ਰ ਆਉਂਦਾ ਹੈ, ਤੇ ਉਹ ਚਮਕਦਾਰ ਸਾਨੂੰ ਜਾਪਦਾ ਹੈ। ਚੰਦਰਮਾ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈਗੀ। ਸੋ ਮੂਨ ਇਜ਼ ਨਾਟ ਅ ਲੂਮੀਨਸ ਆਬਜੈਕਟ, ਮੂਨ ਇਜ਼ illuminated object। We see moon under the reflection of light from sun। ਠੀਕ ਹੈ ਬੱਚਿਓ। ਸੋ ਇਹ ਗੱਲ ਨੂੰ, ਇਹ ਡਾਇਗਰਾਮ ਨੂੰ ਤੁਸੀਂ ਇਹਦੀ ਪ੍ਰੈਕਟਿਸ ਕਰ ਲੈਣੀ ਹੈ ਵੀ ਇੱਦਾਂ ਕਿਰਨਾਂ ਆਉਂਦੀਆਂ ਟਕਰਾ ਕੇ ਜਾਂਦੀਆਂ, ਤੇ ਜੋ ਜਿਹੜਾ ਇਹ ਪਾਸਾ ਹੈਗਾ ਸੂਰਜ ਵਾਲੇ ਪਾਸੇ, ਉਹ ਸਾਨੂੰ ਦਿਨ, ਧਰਤੀ ਤੇ ਦਿਨ ਹੁੰਦਾ ਹੈ, ਤੇ ਸੂਰਜ ਦੇ ਦੂਜੇ ਪਾਸੇ ਉਹ ਰਾਤ ਹੁੰਦੀ ਹੈ। ਠੀਕ ਹੈ। ਤੇ ਜਿਵੇਂ ਜਿਵੇਂ ਧਰਤੀ ਘੁੰਮਦੀ ਜਾਂਦੀ ਹੈ, ਸੋ ਰਾਤ ਵਾਲਾ ਪਾਸਾ ਦਿਨੇ ਆ ਜਾਂਦਾ ਹੈ, ਦਿਨ ਵਾਲਾ ਪਾਸਾ ਰਾਤੀ ਚਲ ਜਾਂਦਾ ਹੈ, ਦਿਨ ਰਾਤ ਇੱਦਾਂ ਚੱਲਦਾ ਰਹਿੰਦਾ। ਠੀਕ ਹੈ। ਹੁਣ ਬੱਚਿਓ, ਜਿਹੜੀ ਧਰਤੀ ਹੈ ਇਹ ਸੂਰਜ ਦੇ ਆਲੇ ਦੁਆਲੇ ਵੀ ਘੁੰਮ ਰਹੀ ਇੱਦਾਂ, ਤੇ ਜਿਹੜਾ ਮੂਨ ਹੈਗਾ ਇਹ ਵੀ ਧਰਤੀ ਦੇ ਆਲੇ ਦੁਆਲੇ ਘੁੰਮ ਰਿਹਾ, ਤੇ ਪੂਰਾ ਦੋਨਾਂ ਦਾ ਜੋੜ ਮੇਲ ਜਗ੍ਹਾ ਹੈ ਪੂਰਾ, ਜਿਲੇ ਧਰਤੀ ਸੂਰਜ ਦੇ ਆਲੇ ਦੁਆਲੇ ਘੁੰਮਦੀ ਹੈ, ਤੇ ਚੰਦਰਮਾ ਵੀ ਨਾਲ ਧਰਤੀ ਦੇ ਘੁੰਮਦਾ ਹੈ, ਤੇ ਮੂਨ ਜਿਹੜਾ ਚੰਦਰਮਾ ਹੈ ਧਰਤੀ ਦੇ ਆਲੇ ਦੁਆਲੇ ਵੀ ਇਸ ਤਰ੍ਹਾਂ ਘੁੰਮਦਾ, ਇੱਦਾਂ ਕਰਕੇ, ਇੱਦਾਂ ਗੋਲ ਗੋਲ। ਠੀਕ ਹੈ। ਅੱਗੇ ਇੱਕ ਡਾਇਗਰਾਮ ਹੋਰ ਆਏਗਾ, ਉਹਦੇ ਵਿੱਚ ਤੁਹਾਨੂੰ ਇਹ ਗੱਲ ਹੋਰ ਸਪਸ਼ਟ ਹੋ ਜਾਏਗੀ। ਆਓ ਅੱਗੇ ਚਲੀਏ। ਹੁਣ ਆ ਗਿਆ ਬੱਚੋ ਫੇਸਿਸ ਆਫ ਦਾ ਮੂਨ। ਇਹ ਫੇਸਿਸ ਆਫ ਦਾ ਮੂਨ ਕੀ ਹੈ? The various shapes of the bright part of the moon as seen during a month are called phases of the moon। ਇੱਕ ਮਹੀਨੇ ਦੇ ਵਿੱਚ ਚੰਦਰਮਾ ਦੇ ਚਮਕਦਾਰ ਅਲੱਗ-ਅਲੱਗ ਹਿੱਸੇ ਜਿਹੜੇ ਸਾਨੂੰ ਨਜ਼ਰ ਆਉਂਦੇ ਨੇ, ਪਹਿਲੇ ਪੂਰਨਮਾਸ਼ੀ ਨੂੰ ਪੂਰਾ ਆਇਆ, ਫਿਰ ਇੱਕ ਪਾਸਾ ਘਟਦਾ ਗਿਆ, ਘਟਦਾ ਗਿਆ, ਘਟਦਾ ਗਿਆ, ਘਟਦਾ ਗਿਆ, ਫਿਰ ਅੱਧਾ ਹੋ ਗਿਆ, ਫਿਰ ਹੋਰ ਘਟਦਾ ਗਿਆ, ਫਿਰ ਮੱਸਿਆ ਆ ਗਈ, ਫਿਰ ਦੂਜੇ ਪਾਸਿਓਂ ਵੱਧਦਾ ਗਿਆ, ਵੱਧਦਾ ਗਿਆ, ਵੱਧਦਾ ਗਿਆ, ਵੱਧਦਾ ਗਿਆ, ਫਿਰ ਅੱਧਾ ਹੋਇਆ, ਫਿਰ ਹੋਰ ਵੱਧਦਾ ਗਿਆ, ਤੇ ਫਿਰ ਦੁਬਾਰਾ ਪੂਰਨਮਾਸ਼ੀ ਆ ਗਈ। ਇਹ ਜਿਹੜੇ ਚਮਕਦਾਰ ਹਿੱਸੇ ਨੇ, ਬ੍ਰਾਈਟ ਪਾਰਟ, ਡਿਫਰੈਂਟ ਸ਼ੇਪਸ, ਉਹਨੂੰ ਕਿਹਾ ਜਾਂਦਾ ਹੈ ਫੇਸਿਸ ਆਫ ਦਾ ਮੂਨ। ਦੀ ਵੇਰੀਅਸ ਸ਼ੇਪਸ ਆਫ ਦੀ ਬ੍ਰਾਈਟ ਪਾਰਟ ਆਫ ਦੀ ਮੂਨ ਐਜ਼ ਸੀਨ ਡਿਊਰਿੰਗ ਅ ਮੰਥ। ਇੱਕ ਮਹੀਨੇ ਵਿੱਚ ਜਿਹੜੇ ਸਾਨੂੰ ਚੰਦਰਮਾ ਦੇ ਅਲੱਗ-ਅਲੱਗ ਆਕਾਰ ਨਜ਼ਰ ਆਉਂਦੇ ਨੇ, ਚਮਕਦਾਰ ਆਕਾਰ, ਚਮਕ ਵਾਲੇ ਪਾਸੇ, ਉਹਨਾਂ ਨੂੰ ਕਿਹਾ ਜਾਂਦਾ ਹੈ ਫੇਸਿਸ ਆਫ ਦੀ ਮੂਨ। ਫਿਰ ਮੈਨੀ ਸੁਪਰਸਟੀਸ਼ਨ ਬੱਚੇ ਪਤਾ ਕੀ ਹੁੰਦਾ ਹੈ? ਅੰਧ-ਵਿਸ਼ਵਾਸ। ਮੈਨੀ ਸੁਪਰਸਟੀਸ਼ਨ ਬੜੇ ਸਾਰੇ ਅੰਧ-ਵਿਸ਼ਵਾਸ ਐਂਡ ਮਿਸਕਨਸੈਪਸ਼ਨ ਹੁੰਦਾ ਗਲਤਫਹਿਮੀਆਂ, ਆਰ ਐਸੋਸੀਏਟਿਡ ਜੁੜੀਆਂ ਹੋਈਆਂ ਨੇ ਵਿਦ ਦੀ ਫੇਸਿਸ ਆਫ ਦੀ ਮੂਨ। ਲੋਕਾਂ ਨੇ ਚੰਦਰਮਾ ਦੇ ਜਿਹੜੇ ਹੈ ਅਲੱਗ-ਅਲੱਗ ਚਮਕਦਾਰ ਪੱਖ ਨੇ, ਇਹਦੇ ਨਾਲ ਬਹੁਤ ਸਾਰੇ ਵਹਿਮ ਭਰਮ ਤੇ ਗਲਤਫਹਿਮੀਆਂ ਜੁੜੀਆਂ ਹੋਈਆਂ ਨੇ। ਸਮ ਪੀਪਲ ਫਾਲਸਲੀ ਮੈਨੇ ਭੁਲੇਖੇ ਵਿੱਚ ਕੰਸੀਡਰ ਸਮਝਦੇ ਹਨ ਫੁੱਲ ਮੂਨ ਡੇ ਔਰ ਨਿਊ ਮੂਨ ਡੇ ਟੂ ਬੀ ਆਸਪੀਸ਼ੀਅਸ। ਆਸਪੀਸ਼ੀਅਸ ਦਾ ਮਤਲਬ ਹੁੰਦਾ ਬੱਚੇ ਪਵਿੱਤਰ, ਇਹ ਅੰਗਰੇਜ਼ੀ ਦੇ ਸ਼ਬਦ ਨੇ ਲਿਖੀ ਜਾਓ। ਆਸਪੀਸ਼ੀਅਸ ਮੈਨੇ ਹੁੰਦਾ ਪਵਿੱਤਰ, ਫਾਲਸਲੀ ਮੈਨੇ ਭੁਲੇਖੇ ਵਿੱਚ, ਐਸੋਸੀਏਟਿਡ ਮੈਨੇ ਜੁੜੇ ਹੋਏ,
ਮਿਸਕਨਸੈਪਸ਼ਨ ਮੈਨੇ ਭੁਲੇਖਾ, ਵਹਿਮ, ਸੁਪਰਸਟੀਸ਼ਨ ਮੈਨੇ ਹੁੰਦਾ ਅੰਧ ਵਿਸ਼ਵਾਸ। ਠੀਕ ਹੈ। ਸੋ ਕਈ ਲੋਕੀ ਕੀ ਸੋਚਦੇ ਨੇ, ਗਲਤ ਮਤਲਬ ਭੁਲੇਖੇ 'ਚ ਸੋਚਦੇ ਨੇ ਕਿ ਫੁੱਲ ਮੂਨ ਡੇ ਜਿਹੜਾ ਪੂਰਨਮਾਸ਼ੀ ਹੈ ਜਾਂ ਮੱਸਿਆ ਹੈ ਉਹ ਕੋਈ ਪਵਿੱਤਰ ਦਿਨ ਨੇ, ਫਿਰ ਲੋਕੀ ਉਹਨਾਂ ਦਿਨਾਂ 'ਚ ਤੀਰਥਾਂ ਤੇ ਜਾਂਦੇ ਨੇ, ਕੋਈ ਵਰਤ ਰੱਖਦੇ ਨੇ। ਪਰ ਇਹ ਸਾਰੀਆਂ ਗੱਲਾਂ ਬੱਚਿਓ ਇਹ ਜਿਹੜੀਆਂ ਨੇ ਇਹ ਬੇਕਾਰ ਹੈਗੀਆਂ ਨੇ, ਤੇ ਗੁਰਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਵੀ ਇਹਨਾਂ ਗੱਲਾਂ ਦਾ ਖੰਡਨ ਕਰਦੇ ਨੇ। ਸੋ ਗੁਰੂ ਸਾਹਿਬ ਕਹਿੰਦੇ ਆ ਤੇ ਪਰਮਾਤਮਾ ਦੇ ਹੁਕਮ ਵਿੱਚ ਧਰਤੀ ਹੈ, ਪਰਮਾਤਮਾ ਦੇ ਹੁਕਮ ਵਿੱਚ ਚੰਦਰ ਹੈ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾਂਦ। ਪਰਮਾਤਮਾ ਦੇ ਹੁਕਮ ਵਿੱਚ ਹੀ ਧਰਤੀ ਘੁੰਮ ਰਹੀ ਹੈ, ਸੂਰਜ ਘੁੰਮ ਰਿਹਾ ਹੈ, ਚੰਦਰਮਾ ਘੁੰਮ ਰਿਹਾ ਹੈ, ਤੇ ਇਹ ਪੂਰਨਮਾਸ਼ੀ ਮੱਸਿਆ ਸਾਰੀ ਉਸ ਪਰਮਾਤਮਾ ਦੀ ਇੱਕ ਖੇਡ ਹੈਗੀ ਹੈ, ਤੇ ਜੋ ਪਰਛਾਵੇਂ ਪੈਂਦੇ ਨੇ ਉਹਦੇ ਨਾਲ, ਇਹਦਾ ਕੋਈ ਪਵਿੱਤਰਤਾ ਅਪਵਿੱਤਰਤਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਠੀਕ ਹੈ। ਨਾਲੇ ਅਸੀਂ ਜਪਜੀ ਸਾਹਿਬ ਜੀ ਪੜ੍ਹਦੇ ਹਾਂ, ਥਿੱਤੀ ਵਾਰ ਮੜੀ ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਹਾਨਾ ਕੋਈ। ਜੋਗੀ ਜਿਹੜੇ ਜਿਹਨਾਂ ਕੋਲ ਇੰਨੇ ਸ਼ਕਤੀਆਂ ਨੇ, ਤਾਕਤਾਂ ਨੇ, ਉਹ ਵੀ ਨਹੀਂ ਦੱਸ ਸਕਦੇ ਕਿ ਧਰਤੀ ਜਿਹੜਾ ਆਕਾਰ ਬਣਿਆ ਉਦਣ ਕਿਹੜਾ ਦਿਨ ਸੀ, ਕਿਹੜਾ ਵਾਰ ਸੀ, ਕਿਹੜਾ ਮਹੀਨਾ ਸੀ, ਕਿਹੜੀ ਰੁੱਤ ਸੀ, ਕੋਈ ਨਹੀਂ ਜਾਣਦਾ। ਸੋ ਇੱਕ ਜਗ੍ਹਾ ਤੇ ਗੁਰੂ ਸਾਹਿਬ ਕਹਿੰਦੇ ਨੇ, ਥਿੱਤੀ ਵਾਰ ਸੇਵੇਂ ਮੁਗਧ ਗੰਵਾਰ। ਮੁਗਧ ਮੈਨੇ ਹੁੰਦਾ ਮੂਰਖ, ਗੰਵਾਰ ਮੈਨੇ ਅਨਪੜ੍ਹ। ਸੋ ਅਨਪੜ੍ਹ ਤੇ ਗੰਵਾਰ ਲੋਕ, ਮੂਰਖ ਲੋਕ ਜਿਹੜੇ ਨੇ, ਉਹ ਤਰੀਕਾਂ ਅਤੇ ਵਾਰਾਂ ਦੀਆਂ ਪੂਜਾ ਕਰਦੇ ਨੇ। ਥਿੱਤੀ ਵਾਰ ਸੇਵੇਂ ਮੁਗਧ ਗੰਵਾਰ, ਥਿੱਤੀ ਮੈਨੇ ਤਰੀਕਾਂ ਤੇ ਵਾਰਾਂ ਨੂੰ ਮਹੱਤਤਾ ਦੇਣੀ ਇਹ ਮੂਰਖਤਾ ਦਾ ਕੰਮ ਹੈ, ਇਹ ਸਿਆਣਪ ਵਾਲਾ ਕੰਮ ਨਹੀਂ। ਸੋ ਇਹ ਸਾਇੰਸ ਦੀ ਕਿਤਾਬਾਂ ਪੜ੍ਹ ਕੇ ਵੀ ਸਾਨੂੰ ਗੁਰਬਾਣੀ ਦੀ ਮਹਾਨਤਾ ਦਾ ਪਤਾ ਲੱਗਦਾ ਹੈ। ਸੋ ਇਹ ਸੋਚਣਾ ਕਿ 19 ਤਰੀਕ ਨੂੰ ਇਹ ਕਰਾਂਗੇ, 19 ਤਰੀਕ ਨੂੰ ਮਹੂਰਤ ਕਰਾਂਗੇ, 19 ਤਰੀਕ ਨੂੰ ਇਹ ਕਰਾਂਗੇ, ਸਾਡੀ ਸਰਕਾਰਾਂ ਵੀ ਮਹੂਰਤ ਕਢਾਉਂਦੀਆਂ ਨੇ ਕੰਮ ਕਰਨ ਲਈ। ਸੋ ਇਹ ਜਿਹੜੀ ਚੀਜ਼ਾਂ ਨੇ ਇਹ ਵਿਗਿਆਨਿਕ ਸੋਚ ਦੇ ਬਿਲਕੁਲ ਉਲਟ ਨੇ। ਕਈ ਲੋਕ ਕਹਿੰਦੇ ਸ਼ਨੀਚਰਵਾਰ ਨੂੰ ਲੋਹਾ ਨਹੀਂ ਖਰੀਦਣਾ ਹੈ ਨਾ, ਫਿਰ ਵੀਰਵਾਰ ਨੂੰ ਇਹ ਨਹੀਂ ਕਰਨਾ, ਮੰਗਲਵਾਰ ਨੂੰ ਆਂਡਾ ਨਹੀਂ ਖਾਣਾ, ਇੱਧਰ ਨੂੰ ਪਿਆਜ਼ ਨਹੀਂ ਖਾਣਾ, ਇਹਨਾਂ ਦਿਨਾਂ ਨੂੰ ਇਹ ਨਹੀਂ ਕਰਨਾ, ਉਹਨਾਂ ਦਿਨਾਂ ਨੂੰ ਇਹ ਨਹੀਂ ਕਰਨਾ। ਇਹ ਸਾਰੀਆਂ ਗੱਲਾਂ ਦੀ ਜਿਹੜੀ ਗੁਰਬਾਣੀ ਹੈ ਉਹ ਖੰਡਨ ਕਰਦੀ, ਕਿਉਂਕਿ ਇਹ ਸਭ ਕੁਦਰਤੀ ਵਰਤਾਰੇ ਨੇ, ਇਹਦਾ ਪਵਿੱਤਰਤਾ ਦਾ ਜਾਂ ਅਪਵਿੱਤਰਤਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸੋ ਬੱਚਿਓ ਤੁਸੀਂ ਇਹ ਜਿਹੜੀ ਗੱਲ ਸੁਣਨੀ ਹੈ, ਸਾਇੰਸ ਦੀ ਸਿੱਖਣੀ ਹੈ, ਇਹ ਤੋਂ ਇਹ ਗੱਲ ਸਮਝਣੀ ਹੈ ਕਿ ਅਸੀਂ ਅੰਧ ਵਿਸ਼ਵਾਸ ਜਿਹੜੇ ਨੇ ਉਹ ਤਿਆਗਣੇ ਨੇ। ਠੀਕ ਹੈ। The time period between one full moon to the next full moon is slightly longer than 29 days. ਪੂਰਨਮਾਸ਼ੀ ਤੋਂ ਲੈ ਕੇ ਪੂਰਨਮਾਸ਼ੀ ਤੱਕ ਤਕਰੀਬਨ 29 ਦਿਨ ਤੋਂ ਥੋੜ੍ਹੇ ਜ਼ਿਆਦਾ ਬਣਦੇ ਨੇ। 30 ਦਿਨ ਪੂਰੇ ਨਹੀਂ ਬਣਦੇ, 29 ਦਿਨ ਪੂਰੇ ਨਹੀਂ ਬਣਦੇ, ਥੋੜ੍ਹਾ ਜਿਹਾ 29 ਦਿਨ ਤੋਂ ਜ਼ਿਆਦਾ ਬਣਦੇ ਨੇ। ਠੀਕ ਹੈ। ਦੀ ਮੂਨ ਰਿਵੋਲਵਸ ਅਰਾਊਂਡ ਦੀ ਅਰਥ, ਜਿਹੜਾ ਚੰਦਰਮਾ ਹੈ ਉਹ ਧਰਤੀ ਦੇ ਆਲੇ ਦੁਆਲੇ ਘੁੰਮਦਾ ਹੈ। ਐਂਡ ਦੀ ਅਰਥ ਅਲੋਂਗ ਵਿਦ ਦਾ ਮੂਨ, ਤੇ ਧਰਤੀ ਤੇ ਮੂਨ ਦਾ ਜਿਹੜਾ ਇਕੱਠੇ ਦੋਨੋਂ ਰਲ ਕੇ ਦੋਨੋਂ ਰਿਵੋਲਵਸ ਅਰਾਊਂਡ ਦੀ ਸਨ, ਮਤਲਬ ਕਿ ਇਹ ਦੋਨੋਂ ਜਿਹੜੇ ਨੇ ਧਰਤੀ ਸੂਰਜ ਦੇ ਆਲੇ ਦੁਆਲੇ ਵੀ ਘੁੰਮ ਰਹੇ ਨੇ, ਤੇ ਨਾਲ ਦੇ ਨਾਲ ਜਿਹੜਾ ਮੂਨ ਹੈ ਚੰਦਰਮਾ ਹੈ ਉਹ ਧਰਤੀ ਦੇ ਆਲੇ ਦੁਆਲੇ ਵੀ ਘੁੰਮ ਰਿਹਾ ਹੈ। ਠੀਕ ਹੈ। ਆਓ ਅੱਗੇ ਚਲੀਏ। ਫੇਸਿਸ ਆਫ ਦਾ ਮੂਨ ਵਾਈ, ਜਿਹੜੇ ਮੂਨ ਦੇ ਫੇਸਿਸ ਬਣਦੇ ਨੇ, ਜਿਹੜੇ ਅਲੱਗ-ਅਲੱਗ ਇਹਦੇ ਆਕਾਰ ਨੇ, ਮਤਲਬ ਕਿ ਜੋ ਬ੍ਰਾਈਟ ਪਾਰਟ ਹੈ ਕਦੀ ਪੂਰਾ ਹੋ ਜਾਂਦਾ ਹੈ, ਕਦੀ ਗੈਪ ਹੋ ਜਾਂਦਾ ਹੈ, ਕਦੀ ਅੱਧਾ, ਕਦੀ ਕ੍ਰੀਸੈਂਟ, ਕਦੀ ਗਿਬਸ। ਇਹ ਕਿਉਂ ਹੁੰਦਾ ਹੈ? ਇਹਦਾ ਕਾਰਨ ਕੀ ਹੈ? ਦੀ ਮੂਨ ਡਜ਼ ਨਾਟ ਹੈਵ ਇਟਸ ਓਨ ਲਾਈਟ, ਇਹ ਤਾਂ ਅਸੀਂ ਜਾਣ ਚੁੱਕੇ ਹਾਂ, ਮੂਨ ਦੀ ਆਪਣੀ ਲਾਈਟ ਨਹੀਂ ਹੈਗੀ। ਔਨ ਦੀ ਅਦਰ ਹੈਂਡ ਦੀ ਸਨ ਐਂਡ ਅਦਰ ਸਟਾਰਸ ਆਰ ਲੂਮੀਨਸ ਬੋਡੀਜ਼, ਪਰ ਤਾਰੇ ਤੇ ਚੰਦਰਮਾ ਇਹ ਲੂਮੀਨਸ ਹੈਗੇ ਨੇ, ਇਹਨਾਂ ਦੀ ਆਪਣੀ ਲਾਈਟ ਹੈਗੀ ਹੈ। ਵੀ ਸੀ ਦੀ ਮੂਨ ਬਿਕੋਜ਼ ਦੀ ਸਨਲਾਈਟ ਫਾਲਿੰਗ ਔਨ ਇਟ ਗੈਟਸ ਰਿਫਲੈਕਟਿਡ, ਅਸੀਂ ਚੰਦਰਮਾ ਤਾਂ ਹੀ ਦੇਖਦੇ ਹਾਂ ਜਦੋਂ ਸੂਰਜ ਦੀ ਰੋਸ਼ਨੀ ਇੱਥੇ ਡਿੱਗਦੀ ਹੈ, ਰਿਫਲੈਕਟ ਹੁੰਦੀ ਹੈ। ਐਂਡ ਦਸ ਵੀ ਸੀ ਓਨਲੀ ਦੈਟ ਪਾਰਟ ਆਫ ਦਾ ਮੂਨ ਫਰੋਮ ਵਿਚ ਦੀ ਸਨਲਾਈਟ ਇਜ਼ ਰਿਫਲੈਕਟਿਡ ਟੂਵਰਡਸ ਅਸ, ਸਾਨੂੰ ਫਿਰ ਚੰਦਰਮਾ ਦਾ ਉਹੀ ਹਿੱਸਾ ਨਜ਼ਰ ਆਉਂਦਾ ਹੈ ਜਿਸ ਹਿੱਸੇ ਤੋਂ ਰੋਸ਼ਨੀ ਸੂਰਜ ਦੀ ਟਕਰਾ ਕੇ ਧਰਤੀ ਤੇ ਸਾਡੇ ਵੱਲ ਪਹੁੰਚਦੀ ਹੈ, ਸਾਨੂੰ ਉਹੀ ਹਿੱਸਾ ਨਜ਼ਰ ਆਉਂਦਾ ਹੈ। ਜਿਹੜੀ ਰੋਸ਼ਨੀ ਟਕਰਾ ਕੇ ਸਾਡੇ ਵੱਲ ਨਹੀਂ ਪਹੁੰਚ ਰਹੀ ਉਹ ਸਾਨੂੰ ਫਿਰ ਨਜ਼ਰ ਨਹੀਂ ਆਉਂਦਾ। ਠੀਕ ਹੈ। ਇਹੀ ਕਾਰਨ ਹੈ ਕਿ ਅਲੱਗ-ਅਲੱਗ ਕਿਉਂ ਬਣਦੇ ਨੇ, ਹੁਣ ਡਾਇਗਰਾਮ ਰਾਹੀਂ ਤੁਹਾਨੂੰ ਸਮਝਾਵਾਂਗੇ। ਹੈਂਸ, ਪਰ ਜੇ ਥਿਓਰੀ ਵਿੱਚ ਲਿਖਣਾ ਹੈ ਤਾਂ ਤੁਸੀਂ ਇਹ ਪੈਰਾਗ੍ਰਾਫ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ। ਹੈਂਸ ਵੀ ਸੀ ਡਿਫਰੈਂਟ ਸਾਈਜ਼ਸ ਆਫ ਦੀ ਬ੍ਰਾਈਟ ਪਾਰਟ ਆਫ ਦਾ ਮੂਨ ਔਨ ਡਿਫਰੈਂਟ ਡੇਜ਼ ਆਫ ਦੀ ਲੂਨਰ ਮੰਥ। ਲੂਨਰ ਮੈਨੇ ਕੀ ਹੁੰਦਾ ਬੱਚਿਓ? ਲੂਨਰ ਹੈਗਾ ਐਡਜੈਕਟਿਵ ਆਫ ਮੂਨ, ਮਤਲਬ ਕਿ ਚੰਦਰਮਾ ਦਾ ਮਹੀਨਾ, ਮਤਲਬ ਪੂਰਨਮਾਸ਼ੀ ਤੋਂ ਲੈ ਕੇ ਪੂਰਨਮਾਸ਼ੀ ਤੱਕ ਜਾਂ ਮੱਸਿਆ ਤੋਂ ਲੈ ਕੇ ਮੱਸਿਆ ਤੱਕ, ਅਸੀਂ ਇਹਨੂੰ ਕਹਿੰਦੇ ਹਾਂ ਲੂਨਰ ਮੰਥ। ਲੂਨਰ ਮੈਨੇ ਜਿਹੜਾ ਚੰਦਰਮਾ ਦੇ ਹਿਸਾਬ ਨਾਲ ਨਾਪਿਆ ਗਿਆ ਮੰਥ। ਠੀਕ ਹੈ। ਜਿਹਨੂੰ ਕਹਿੰਦੇ ਆਪਣਾ ਚੰਦਰਮਾ ਵਾਲਾ ਮਹੀਨਾ। ਠੀਕ ਹੈ। ਲੂਨਰ, ਲੂਨਰ ਮੀਨਸ ਐਡਜੈਕਟਿਵ ਆਫ ਮੂਨ। ਠੀਕ ਹੈ। ਜਿਵੇਂ ਦੱਸਿਆ ਤੁਹਾਨੂੰ ਸੈਲੈਸਟੀਅਲ ਹੈਗਾ ਐਡਜੈਕਟਿਵ ਆਫ ਸਕਾਈ। ਠੀਕ ਹੈ। ਆਓ ਅੱਗੇ ਚਲੀਏ। ਇਹ ਦੇਖੋ ਬੱਚਿਓ, ਹੁਣ ਇਹ ਫੇਸਿਸ ਨੂੰ ਸਮਝਣ ਲਈ ਇਹ ਦੂਜਾ ਡਾਇਗਰਾਮ ਹੈ।
ਇਹ ਸੂਰਜ ਹੀ ਹੈ ਬੱਚਿਓ, ਦੇਖੋ ਇਹ ਸੂਰਜ ਹੈ ਸਾਰਾ, ਇਹ ਚਮਕ ਰਿਹਾ ਜਿਹੜਾ ਹੈ ਇਹ ਸੂਰਜ ਹੈ। ਤੇ ਕਿਰਨਾਂ ਆ ਰਹੀਆਂ, ਦੇਖੋ ਕਿਰਨਾਂ ਪੈਰਲਲ ਲਾਈਨਸ ਆ ਰਹੀਆਂ, ਕਿਰਨਾਂ ਆ ਰਹੀਆਂ, ਠੀਕ ਹੈ। ਇਹ ਧਰਤੀ ਹੈ, ਹੈਗੀ ਧਰਤੀ, ਤੇ ਇਹਦੇ ਦੁਆਲੇ ਆਲੇ ਦੁਆਲੇ ਚੰਦਰਮਾ ਘੁੰਮ ਰਿਹਾ। ਤੇ ਇਹ ਦਿਖਾਇਆ ਹੋਇਆ ਕਿ ਅਲੱਗ-ਅਲੱਗ ਫੇਸਿਸ, ਜਦੋਂ ਚੰਦਰਮਾ ਇੱਥੇ ਵੇ ਤੇ ਸਾਨੂੰ ਚੰਦਰਮਾ ਇਦਾਂ ਦਾ ਨਜ਼ਰ ਆਉਂਦਾ ਹੈ, ਅੱਧਾ ਆਪਣਾ ਕੀ ਕਹਿੰਦੇ ਬ੍ਰਾਈਟ। ਜਦੋਂ ਚੰਦਰਮਾ ਇਦਾਂ ਦਾ ਇੱਧਰ ਹੁੰਦਾ ਫਿਰ ਸਾਨੂੰ ਇਦਾਂ ਦਾ ਨਜ਼ਰ ਆਉਂਦਾ, ਅੱਧੇ ਨਾਲੋਂ ਥੋੜਾ ਜ਼ਿਆਦਾ। ਜਦੋਂ ਚੰਦਰਮਾ ਇੱਥੇ ਹੁੰਦਾ ਸਾਨੂੰ ਪੂਰਨਮਾਸ਼ੀ ਨਜ਼ਰ ਆਉਂਦੀ ਹੈ। ਜਦੋਂ ਚੰਦਰਮਾ ਇੱਥੇ ਹੁੰਦਾ ਫਿਰ ਸਾਨੂੰ ਇਹ ਪੁੱਠੇ ਪਾਸੇ, ਦੇਖੋ ਹੁਣ ਇਹ ਗੋਲ ਪਾਸਾ ਇੱਧਰ ਸੀਗਾ ਤੇ ਹੁਣ ਗੋਲ ਪਾਸਾ ਇੱਧਰ ਹੋ ਗਿਆ, ਸਾਨੂੰ ਇਦਾਂ ਅੱਧੇ ਨਾਲੋਂ ਜ਼ਿਆਦਾ ਨਜ਼ਰ ਆਉਂਦਾ ਹੈ। ਫਿਰ ਜਿਹੜੇ ਸੂਰਜ ਇਹ ਚੰਦਰਮਾ ਇੱਥੇ ਹੁੰਦਾ ਹੈ ਧਰਤੀ ਦੇ ਇਸ ਪਾਸੇ, ਫਿਰ ਸਾਨੂੰ ਇਸ ਤਰ੍ਹਾਂ ਨਜ਼ਰ ਆਉਂਦਾ ਹੈ। ਇਹ ਦੇਖੋ ਇਦਾਂ, ਇੱਥੇ ਇਹ ਉਲਟਾ ਹੈਗਾ, ਇੱਥੇ ਇਦਾਂ ਆ ਗਿਆ ਨਜ਼ਰ। ਇਹ ਵੀ ਅੱਧਾ ਹੈ, ਇਹ ਵੀ ਅੱਧਾ ਹੈ। ਤੁਸੀਂ ਦੇਖਿਓ ਬੱਚਿਓ, ਪੂਰਨਮਾਸ਼ੀ ਤੋਂ ਮੱਸਿਆ ਵਾਲੇ ਦੂਜੇ ਪਾਸੇ ਹੋਏਗਾ, ਮੱਸਿਆ ਤੋਂ ਪੂਰਨਮਾਸ਼ੀ ਵਾਲੇ ਦੂਜੇ ਪਾਸੇ ਹੋਏਗਾ, ਹੈਗੇ ਦੋਨੋਂ ਅੱਧੇ ਨੇ, ਠੀਕ ਹੈ। ਫਿਰ ਜਿਹੜੇ ਇੱਧਰ ਹੈ ਤੇ ਸਾਨੂੰ ਇਦਾਂ ਨਜ਼ਰ ਆਉਂਦਾ ਹੈ, ਦੇਖੋ ਇਦਾਂ। ਫਿਰ ਜਿਹੜੇ ਇੱਧਰ ਹੈ ਤੇ ਸਾਨੂੰ ਇਹ ਇਦਾਂ ਨਜ਼ਰ ਆਉਂਦਾ ਹੈ, ਠੀਕ ਹੈ ਬੱਚਿਓ। ਤੇ ਜਦੋਂ ਇਹ ਚੰਦਰਮਾ ਇੱਥੇ ਹੋਏਗਾ ਫਿਰ ਸਾਨੂੰ ਪੂਰਨਮਾਸ਼ੀ ਨਜ਼ਰ ਆਏਗੀ, ਦੇਖੋ ਕਾਲਾ, ਸਾਨੂੰ ਬਿਲਕੁਲ ਨਜ਼ਰ ਨਹੀਂ ਆਏਗਾ। ਹੁਣ ਬੱਚਿਓ ਕਿਸ ਤਰ੍ਹਾਂ ਹੈ, ਦੇਖੋ ਜਦੋਂ ਤੇ ਹੈਗਾ ਚੰਦਰਮਾ ਇੱਥੇ, ਤੇ ਚੰਦਰਮਾ ਦਾ ਇਹ ਵਾਲਾ ਹਿੱਸਾ ਮੇਰੇ ਸੱਜੇ ਪਾਸੇ, ਇਹ ਵਾਲਾ, ਇਹ ਤੇ ਸਾਰਾ ਹੋ ਗਿਆ ਬ੍ਰਾਈਟ। ਜਿਹੜਾ ਧਰਤੀ ਵਾਲੇ ਪਾਸੇ ਹੈਗਾ ਉਹ ਸਾਰਾ ਪਰਛਾਵੇਂ 'ਚ ਹੈਗਾ। ਤੇ ਮੈਨੂੰ ਧਰਤੀ ਤੋਂ ਇੱਥੇ ਕੀ ਨਜ਼ਰ ਆਏਗਾ, ਇੱਥੋਂ ਦੀ ਕੋਈ ਰੋਸ਼ਨੀ ਆ ਹੀ ਨਹੀਂ ਰਹੀ, ਟਕਰਾ ਕੇ ਤੇ ਇੱਧਰ ਨੂੰ ਜਾਈ ਜਾ ਰਹੀ ਹੈ, ਵਾਪਸ ਜਾ ਰਹੀ ਹੈ, ਤੇ ਧਰਤੀ ਤੇ ਆ ਹੀ ਨਹੀਂ ਰਹੀ। ਤੇ ਇਸ ਕਰਕੇ ਮੈਨੂੰ ਜਦੋਂ ਚੰਦਰਮਾ ਧਰਤੀ ਤੇ ਚੰਦਰਮਾ ਦੇ ਵਿਚਕਾਰ ਹੁੰਦਾ ਹੈ ਉਦੋਂ ਹੁੰਦੀ ਹੈ ਪੂਰਨਮਾਸ਼ੀ। ਤੇ ਜਦੋਂ ਧਰਤੀ ਚੰਦਰਮਾ ਅਤੇ ਸੂਰਜ ਦੇ ਵਿਚਕਾਰ ਹੁੰਦੀ ਹੈ ਉਦੋਂ ਹੁੰਦੀ ਪੂਰਨਮਾਸ਼ੀ। ਜਦੋਂ ਧਰਤੀ ਚੰਦਰਮਾ ਦੇ ਵਿਚਕਾਰ, ਚੰਦਰਮਾ ਇੱਥੇ ਹੈਗਾ, ਧਰਤੀ ਇੱਥੇ ਹੈਗੀ ਤੇ ਸੂਰਜ ਇੱਥੇ ਹੈਗਾ, ਫਿਰ ਕੀ ਹੋ ਗਈ ਪੂਰਨਮਾਸ਼ੀ। ਤੇ ਜਦੋਂ ਚੰਦਰਮਾ ਵਿੱਚ ਆ ਗਿਆ, ਧਰਤੀ ਇੱਧਰ ਹੋ ਗਈ ਤੇ ਸੂਰਜ ਇੱਧਰ ਹੋ ਗਿਆ, ਫਿਰ ਆ ਗਈ ਮੱਸਿਆ। ਹੁਣ ਤੁਸੀਂ ਦੱਸੋ ਬੱਚਿਓ, ਇਹਦੇ ਵਿੱਚ ਪੂਰਨਮਾਸ਼ੀ ਦਾ, ਮੱਸਿਆ ਦਾ ਪਵਿੱਤਰ ਹੋਣਾ ਜਾਂ ਅਪਵਿੱਤਰ ਹੋਣਾ ਦੀ ਕਿਹੜੀ ਗੱਲ ਹੋ ਗਈ? ਇਹ ਤੇ ਪਰਛਾਵੇਂ ਦੀ ਗੱਲ ਹੈ। ਇੱਥੇ ਚੰਦਰਮਾ ਆ ਗਿਆ ਤੇ ਚਾਨਣਾ ਆ ਗਿਆ ਤੇ ਸੂਰਜ ਦੀ ਰੋਸ਼ਨੀ ਟਕਰਾ ਕੇ ਸਾਡੇ ਇੱਥੇ ਵਾਪਸ ਧਰਤੀ ਤੇ ਆ ਰਹੀ ਹੈ, ਦੇਖੋ ਇੱਥੋਂ ਟਕਰਾ ਕੇ ਆ ਰਹੀ ਹੈ ਤੇ ਮੈਨੂੰ ਇਹ ਪੂਰਾ ਚੰਦਰਮਾ ਨਜ਼ਰ ਆ ਰਿਹਾ, ਠੀਕ ਹੈ। ਤੇ ਜਦੋਂ ਉਹ ਚੰਦਰਮਾ ਇੱਥੇ ਹੈਗਾ ਤੇ ਹੁਣ ਇੰਨੇ ਹਿੱਸੇ 'ਚੋਂ ਟਕਰਾ ਕੇ ਆ ਰਹੀ ਹੈ, ਇੰਨੇ ਹਿੱਸੇ 'ਚੋਂ। ਤੇ ਜਦੋਂ ਮੈਂ ਇੱਥੋਂ ਦੀ ਦੇਖਦਾ, ਇੱਧਰੋਂ ਦੀ ਐਂਗਲ ਤੇ ਦੇਖਦਾ, ਤੇ ਮੈਂ ਇੱਦਾਂ ਦੇਖਦਾ ਤੇ ਮੈਨੂੰ ਇਹ ਚੰਦਰਮਾ ਇੱਦਾਂ ਨਜ਼ਰ ਆਉਂਦਾ। ਹੁਣ ਜੇ ਮੈਂ ਇੱਦਾਂ ਦੇਖਦਾ ਤੇ ਮੈਨੂੰ ਦੇਖੋ ਅੱਧਾ ਹਿੱਸਾ ਨਜ਼ਰ ਆ ਰਿਹਾ। ਹੁਣ ਜੇ ਮੈਂ ਇੱਦਾਂ ਦੇਖਾਂਗਾ, ਇਹ ਟਕਰਾ ਕੇ ਰੋਸ਼ਨੀ ਇੱਥੇ ਆਈ, ਟਕਰਾ ਕੇ ਇੱਥੇ ਆਈ, ਤੇ ਮੈਨੂੰ ਬੱਚਿਓ ਇਹ ਅੱਧਾ ਹਿੱਸਾ ਹੀ ਨਜ਼ਰ ਆਏਗਾ ਚੰਦਰਮਾ ਦਾ ਧਰਤੀ ਤੋਂ। ਇਹ ਦੇਖੋ ਇਹ ਵਾਲਾ ਪਾਸਾ ਇਹ ਅੱਧਾ ਨਜ਼ਰ ਆ ਰਿਹਾ ਤੇ ਇਹ ਵਾਲਾ ਕਰਵ ਇਹ ਇੱਥੇ ਨਜ਼ਰ ਆ ਰਿਹਾ। ਸੋ ਦਿਸ ਇਜ਼ ਦੀ ਰੀਜ਼ਨ ਫॉर ਦੀ ਫੇਸਿਸ ਆਫ ਦਾ ਮੂਨ। ਕਿਉਂਕਿ ਚੰਦਰਮਾ ਧਰਤੀ ਦੇ ਇਰਦ ਗਿਰਦ ਘੁੰਮ ਰਿਹਾ ਹੈ ਤੇ ਜਦੋਂ ਅਲੱਗ-ਅਲੱਗ ਪੋਜੀਸ਼ਨ ਤੇ ਅਲੱਗ-ਅਲੱਗ ਜਗ੍ਹਾ ਤੇ ਘੁੰਮਦਾ ਹੈ ਤੇ ਰੋਸ਼ਨੀ ਜਿਹੜੀ ਸੂਰਜ ਦੀ ਟਕਰਾ ਕੇ ਉਹ ਅਲੱਗ-ਅਲੱਗ ਢੰਗ ਨਾਲ ਅਲੱਗ-ਅਲੱਗ ਇਲਾਕੇ ਤੋਂ ਪਹੁੰਚਦੀ ਹੈ। ਜਿੱਦਾਂ ਦੇਖੋ ਸਭ ਤੋਂ ਵਧੀਆ ਐਗਜ਼ਾਮਪਲ ਦੇ ਵਿੱਚ ਪੂਰਨਮਾਸ਼ੀ ਦਾ, ਜਦੋਂ ਚੰਦਰਮਾ ਧਰਤੀ ਤੇ ਇਸ ਪਾਸੇ ਹੁੰਦਾ ਹੈ, ਸੂਰਜ ਤੋਂ ਪੁੱਠੇ ਪਾਸੇ ਹੁੰਦਾ ਹੈ, ਫਿਰ ਸਾਰੀ ਰੋਸ਼ਨੀ ਟਕਰਾ ਕੇ ਇੱਥੇ ਆ ਰਹੀ ਹੈ ਧਰਤੀ ਤੇ, ਇੱਥੋਂ ਦੀ ਪੂਰੇ ਹਿੱਸੇ ਤੋਂ, ਤੇ ਸਾਰਾ ਹਿੱਸਾ ਚਮਕਦਾ ਤੇ ਮੈਨੂੰ ਪੂਰਨਮਾਸ਼ੀ ਨਜ਼ਰ ਆਉਂਦੀ ਹੈ। ਤੇ ਜਦੋਂ ਚੰਦਰਮਾ ਇੱਥੇ ਆ ਜਾਂਦਾ, ਧਰਤੀ ਤੇ ਸੂਰਜ ਦੇ ਵਿਚਕਾਰ ਆ ਜਾਂਦਾ, ਤੇ ਫਿਰ ਇਹ ਟਕਰਾ ਕੇ ਸਾਰੀ ਇੱਧਰ ਨੂੰ ਚਲੀ ਜਾਂਦੀ, ਸੂਰਜ ਵਾਲੇ ਪਾਸੇ ਚਲੀ ਜਾਂਦੀ, ਧਰਤੀ ਵਾਲੇ ਪਾਸੇ ਤੇ ਰੋਸ਼ਨੀ ਕੋਈ ਆਉਂਦੀ ਨਹੀਂ ਹੈਗੀ। ਤੇ ਇੱਥੇ ਇਹ ਸਾਰਾ ਹਿੱਸਾ ਹਨੇਰੇ 'ਚ ਰਹਿੰਦਾ ਹੈ ਤੇ ਇਸ ਕਰਕੇ ਮੈਨੂੰ ਆਈ ਸੀ ਨਿਊ ਮੂਨ ਡੇ, ਸਾਰੀ ਮੈਨੂੰ ਮੱਸਿਆ ਨਜ਼ਰ ਆਉਂਦੀ ਹੈ। ਹੇਅਰ ਆਈ ਸੀ ਫੁੱਲ ਮੂਨ ਡੇ ਐਂਡ ਹੇਅਰ ਆਈ ਸੀ ਨਿਊ ਮੂਨ ਡੇ, ਠੀਕ ਹੈ ਬੱਚਿਓ। ਸੋ ਇਹ ਜਿਹੜੇ ਹੈਗੇ ਨੇ, ਦੀਜ਼ ਆਰ ਦੀ ਫੇਸਿਸ ਆਫ ਦੀ ਮੂਨ। ਦੇਖੋ ਬੱਚਿਓ ਕਿੰਨੀ ਰੋਚਕ ਗੱਲ ਹੈਗੀ ਹੈ। ਹੁਣ ਤੁਸੀਂ ਇਹ ਗੱਲ ਸਮਝ ਗਏ ਹੋਵੋਗੇ ਕਿ ਪੂਰਨਮਾਸ਼ੀ ਦੇ ਨਾਲ, ਮੱਸਿਆ ਦੇ ਨਾਲ ਕਿਸੇ ਵੀ ਕਿਸਮ ਦੇ ਤੀਰਥ ਇਸ਼ਨਾਨ ਨੂੰ ਜਾਂ ਵਹਿਮ ਭਰਮ ਨੂੰ ਜੋੜਨ ਦੇ ਨਾਲ ਇਹਦਾ ਕੋਈ ਸਿਰ ਪੈਰ ਨਹੀਂ ਹੈਗਾ। ਗੁਰਬਾਣੀ ਵੀ ਇਹਨਾਂ ਗੱਲਾਂ ਦਾ ਖੰਡਨ ਸਾਨੂੰ ਕਰਦੀ ਹੈ। ਗੁਰਬਾਣੀ ਸਾਨੂੰ, ਗੁਰੂ ਗ੍ਰੰਥ ਸਾਹਿਬ ਸਾਨੂੰ ਇਹਦੇ ਬਾਰੇ ਬੜਾ ਵਧੀਆ ਗਿਆਨ ਬਖਸ਼ਦੇ ਨੇ ਵੀ ਕੋਈ ਦਿਨ ਚੰਗਾ ਜਾਂ ਮੰਦਾ ਨਹੀਂ ਹੁੰਦਾ ਜਿਸ ਦਿਨ ਅਸੀਂ ਰੱਬ ਨੂੰ ਚੇਤੇ ਕਰਦੇ ਹਾਂ, ਰੱਬ ਦਾ ਸ਼ੁਕਰਾਨਾ ਕਰਦੇ ਹਾਂ, ਕਿਸੇ ਦਾ ਭਲਾ ਕਰਦੇ ਹਾਂ, ਦੂਜੇ ਦਾ ਭਲਾ ਮੰਗਦੇ ਹਾਂ, ਉਹ ਦਿਨ ਸਾਡੇ ਲਈ ਪਵਿੱਤਰ ਹੈਗਾ। ਜਿਸ ਦਿਨ ਅਸੀਂ ਗੁੱਸੇ ਹੁੰਦੇ ਹਾਂ, ਈਰਖਾ ਕਰਦੇ ਹਾਂ, ਕਿਸੇ ਦਾ ਬੁਰਾ ਲੋਚਦੇ ਹਾਂ, ਹੈ ਨਾ, ਨਸ਼ਾ ਕਰਦੇ ਹਾਂ, ਝੂਠ ਬੋਲਦੇ ਹਾਂ, ਉਹ ਦਿਨ ਸਾਡੇ ਲਈ ਮਾੜਾ ਹੁੰਦਾ। ਸੋ ਅਸੀਂ ਚੰਗੇ ਕੰਮਾਂ ਨੂੰ ਅਪਣਾਈਏ, ਮਾੜੇ ਕੰਮਾਂ ਨੂੰ ਛੱਡੀਏ ਤੇ ਪੂਰਨਮਾਸ਼ੀ ਤੇ ਮੱਸਿਆ ਦੇ ਇਸ਼ਨਾਨ ਕਰਨਾ, ਵਰਤ ਰੱਖਣਾ, ਇਹਨਾਂ ਚੱਕਰਾਂ ਵਿੱਚੋਂ ਬਾਹਰ ਨਿਕਲੀਏ। ਆਓ ਅੱਗੇ ਚਲੀਏ। ਸੇਮ ਸਾਈਡ ਆਫ ਦੀ ਮੂਨ ਆਲਵੇਜ਼।
ਬੱਚਿਓ ਵੀ ਬੜੇ ਮਜ਼ੇਦਾਰ ਗੱਲ ਹੈ। ਤੁਹਾਨੂੰ ਪਤਾ ਕਿ ਸਾਨੂੰ ਚੰਦਰਮਾ ਦਾ ਸਿਰਫ ਇੱਕੋ ਹੀ ਪਾਸਾ ਨਜ਼ਰ ਆਉਂਦਾ ਹੈ, ਠੀਕ ਹੈ, ਹਮੇਸ਼ਾ ਇੱਕੋ ਪਾਸਾ ਨਜ਼ਰ ਆਉਂਦਾ ਹੈ, ਉਹਦਾ ਪਿਛਲਾ ਪਾਸਾ ਸਾਨੂੰ ਕਦੀ ਨਜ਼ਰ ਨਹੀਂ ਆਉਂਦਾ। ਇੱਕ ਜਿਸ ਜਗ੍ਹਾ ਤੇ ਅਸੀਂ ਰਹਿੰਦੇ ਹਾਂ ਉਸ ਜਗ੍ਹਾ ਤੋਂ ਸਾਨੂੰ ਚੰਦਰਮਾ ਦਾ ਉਹੀ ਪਾਸਾ ਨਜ਼ਰ ਆਏਗਾ, ਦੂਜਾ ਪਾਸਾ ਕਦੀ ਵੀ ਨਜ਼ਰ ਨਹੀਂ ਆਏਗਾ। ਕਿਉਂ? ਇਹਦਾ ਕਾਰਨ ਕੀ ਹੈ? ਦੀ ਮੂਨ ਰੋਟੇਟਸ ਔਨ ਇਟਸ ਐਕਸਿਸ। ਜਿਹੜਾ ਚੰਦਰਮਾ ਹੈ ਉਹ ਆਪਣੀ ਧੁਰੀ ਤੇ ਘੁੰਮਦਾ ਵੀ ਪਿਆ, ਜਿੱਦਾਂ ਲਾਟੂ ਘੁੰਮਦਾ, ਉਹਨੂੰ ਕਹਿੰਦੇ ਰੋਟੇਸ਼ਨ, ਰੋਟੇਟਸ, ਐਂਡ ਆਲਸੋ ਰਿਵੋਲਵਸ ਅਰਾਊਂਡ ਦੀ ਅਰਥ, ਤੇ ਧਰਤੀ ਦੇ ਇਰਦ ਗਿਰਦ ਵੀ ਘੁੰਮਦਾ ਹੈ, ਉਹਨੂੰ ਕਹਿੰਦੇ ਆ ਰੈਵੋਲੂਸ਼ਨ। ਠੀਕ ਹੈ, ਰੈਵੋਲੂਸ਼ਨ ਦਾ ਮਤਲਬ ਧਰਤੀ ਦੇ ਇਰਦ ਗਿਰਦ ਘੁੰਮਣਾ, ਮਤਲਬ ਕਿਸੇ ਚੀਜ਼ ਦੇ ਇਰਦ ਗਿਰਦ ਘੁੰਮਣਾ, ਤੇ ਰੋਟੇਸ਼ਨ ਦਾ ਮਤਲਬ ਹੈ ਆਪਣੀ ਧੁਰੀ ਦੇ ਆਲੇ ਦੁਆਲੇ ਘੁੰਮਣਾ, ਜਿੱਦਾਂ ਲਾਟੂ ਘੁੰਮਦਾ ਹੈ। The time period of rotation of the moon is same as the time period of its revolution। ਹੁਣ ਜਿੰਨਾ ਸਮਾਂ ਧੁਰੀ ਤੇ ਘੁੰਮਣ ਨੂੰ ਲੱਗਦਾ ਹੈ ਚੰਦਰਮਾ ਨੂੰ, ਉਨਾ ਹੀ ਸਮਾਂ ਧਰਤੀ ਦੇ ਆਲੇ ਦੁਆਲੇ ਘੁੰਮਣ ਨੂੰ ਲੱਗਦਾ ਹੈ। ਸੋ ਜਦੋਂ ਤਾਈਂ ਉਹ ਜਿੱਦਾਂ ਉਹ ਇੱਧਰ ਨੂੰ ਘੁੰਮਦਾ ਜਾਂਦਾ ਹੈ, ਧੁਰੀ ਤੇ ਘੁੰਮਦਾ ਹੈ, ਤੇ ਉਹ ਧਰਤੀ ਦੇ ਆਲੇ ਦੁਆਲੇ ਘੁੰਮਦਾ ਉਸ ਪਾਸੇ ਹੀ। ਉਹ ਜਦੋਂ ਤੱਕ ਧਰਤੀ ਦਾ ਪੂਰਾ ਚੱਕਰ ਕੱਟਦਾ ਹੈ ਤੇ ਜਿਹੜੇ ਪਾਸੇ ਤੋਂ ਸ਼ੁਰੂ ਹੋਇਆ ਹੁੰਦਾ ਉਹੀ ਪਾਸਾ ਘੁੰਮ ਕੇ ਫਿਰ ਉੱਧਰ ਹੀ ਆ ਜਾਂਦਾ ਹੈ। ਇਸ ਕਰਕੇ ਫॉर ਦਿਸ ਰੀਜ਼ਨ ਵੀ ਨੈਵਰ ਗੈਟ ਟੂ ਸੀ ਦੀ ਬੈਕ ਸਾਈਡ ਆਫ ਦਾ ਮੂਨ ਫਰੋਮ ਦੀ ਅਰਥ। ਸਾਨੂੰ ਧਰਤੀ ਤੋਂ ਚੰਦਰਮਾ ਦਾ ਪਿਛਲਾ ਪਾਸਾ ਨਜ਼ਰ ਨਹੀਂ ਆਉਂਦਾ। ਬਾਕੀ ਕੈਮਰਿਆਂ ਰਾਹੀਂ, ਸੈਟੇਲਾਈਟ ਰਾਹੀਂ ਜਾਂ ਜਿਹੜੇ ਪੁਲਾੜ ਵਿੱਚ ਚੰਦਰਮਾ 'ਤੇ ਆਪਣੇ ਰਸ਼ੀਆ ਦੇ ਬੰਦੇ ਗਏ, ਅਮਰੀਕਾ ਦੇ ਬੰਦੇ ਗਏ, ਤੇ ਉੱਥੋਂ ਫੋਟੋਆਂ ਲਈਆਂ, ਤੇ ਉੱਧਰੋਂ ਦੀ ਸਾਨੂੰ ਇਹ ਪਤਾ ਲੱਗਾ ਦੀ ਮੂਨ ਸਰਫੇਸ ਇਜ਼ ਡਸਟੀ, ਉੱਥੇ ਮਿੱਟੀ ਘੱਟਾ ਬੜਾ ਹੈ, ਐਂਡ ਬੈਰਨ ਹੁੰਦਾ ਬੱਚਿਓ ਜਿਹਨੂੰ ਕਹਿੰਦੇ ਬੰਜਰ। ਠੀਕ ਹੈ, ਐਂਡ ਇਟ ਹੈਜ਼ ਨੋ ਐਟਮੋਸਫੀਅਰ ਔਰ ਵਾਟਰ, ਉੱਥੇ ਕੋਈ ਪਾਣੀ ਨਹੀਂ ਹੈਗਾ ਤੇ ਉੱਥੇ ਕੋਈ ਆਕਸੀਜਨ ਜਾਂ ਹਵਾ ਨਹੀਂ ਹੈਗੀ। ਠੀਕ ਹੈ ਬੱਚਿਓ, ਇਹ ਗੱਲ ਚੇਤੇ ਰੱਖਣ ਵਾਲੀ ਹੈ। ਇਟ ਆਲਸੋ ਹੈਜ਼ ਮੈਨੀ ਕ੍ਰੇਟਰ ਹੁੰਦਾ ਬੱਚਿਓ ਡੂੰਘਾਈ ਵਾਲੀਆਂ ਖਾਈ ਵਾਂਗੂ ਚੀਜ਼ਾਂ, ਜਿੱਦਾਂ ਕਹਿ ਲਓ ਡੂੰਘੀ ਕੌਲੀ, ਵੱਡੀਆਂ ਕੌਲੀਆਂ। ਕ੍ਰੇਟਰ ਹੁੰਦਾ ਜਿੱਦਾਂ ਮਤਲਬ ਕਿ ਪਹਾੜ ਹੁੰਦੇ ਨੇ, ਪਹਾੜ ਦਾ ਉਲਟਾ ਵੈਲੀ ਹੁੰਦੀ ਹੈ, ਵੈਲੀ ਵਾਂਗੂ ਹੁੰਦਾ ਕ੍ਰੇਟਰ। ਬਹੁਤ ਸਾਰੇ ਡੂੰਘੇ ਮਤਲਬ ਕਿ ਟੋਏ ਹੈਗੇ ਨੇ ਉੱਥੇ, ਕ੍ਰੇਟਰਸ ਆਫ ਡਿਫਰੈਂਟ ਸਾਈਜ਼ਿਸ, ਅਲੱਗ-ਅਲੱਗ ਸਾਈਜ਼ਾਂ ਦੇ, ਐਂਡ ਅ ਲਾਰਜ ਨੰਬਰ ਆਫ ਸਟੀਪ ਐਂਡ ਹਾਈ ਮਾਊਂਟੇਨਸ, ਤੇ ਉੱਤੇ ਬੜੇ ਉੱਚੇ ਤੇ ਬੜੇ ਮਤਲਬ ਕਿ ਨਾ ਸਿੱਧੇ, ਮਤਲਬ ਕਿ ਬੜੇ ਢਲਵੇਂ, ਜਿਹੜੇ ਉਹਦੀ ਢਾਲ ਬਹੁਤ ਜ਼ਿਆਦਾ ਹੈ, ਉਹ ਪਹਾੜ ਵੀ ਬਹੁਤ ਸਾਰੇ ਨੇ। ਐਂਡ ਸਮ ਆਫ ਦੀਜ਼ ਆਰ ਐਜ਼ ਹਾਈ ਐਜ਼ ਦੀ ਐਵਰੈਸਟ। ਤੁਹਾਨੂੰ ਪਤਾ ਬੜੇ ਬੱਚੇ, ਧਰਤੀ ਦੇ ਉੱਤੇ ਸਭ ਤੋਂ ਉੱਚਾ ਮਾਊਂਟੇਨ ਕਿਹੜਾ ਹੈਗਾ? ਮਾਊਂਟੇਨ ਦੀ ਚੋਟੀ ਕਿਹੜੀ ਹੈਗੀ? ਉਹ ਹੈਗੀ ਐਵਰੈਸਟ, ਹਿਮਾਲਯ ਦੀ। ਇਹ ਤੁਹਾਨੂੰ ਪਤਾ ਹੈ 8000 ਮੀਟਰ ਤੋਂ ਵੀ ਉੱਤੇ ਹੈਗੀ ਹੈ, 8 ਕਿਲੋਮੀਟਰ ਤੋਂ ਉੱਚੀ, ਧਰਤੀ ਦੇ ਸੀ ਲੈਵਲ ਤੋਂ 8 ਕਿਲੋਮੀਟਰ ਆਕਾਸ਼ ਵਿੱਚ ਚਲ ਜਾਓ ਉਨੀ ਉੱਚੀ ਹੈਗੀ ਹੈ। ਠੀਕ ਹੈ, ਤੇ ਕਹਿੰਦੇ ਚੰਦਰਮਾ ਤੇ ਇਹੋ ਜਿਹੇ ਪਹਾੜ ਐਵਰੈਸਟ ਜਿੰਨੇ ਉੱਚੇ ਕਿੰਨੇ ਸਾਰੇ ਨੇ। ਠੀਕ ਹੈ, ਸੋ ਇਹ ਜਾਣਕਾਰੀ ਵੀ ਬੜੀ ਮਜ਼ੇਦਾਰ, ਰੋਚਕ ਹੈ। आओ आगे चलिए। ਹੁਣ आगे बच्चों लाइट ईयर, बड़ी महत्वपूर्ण चीज़ है। लाइट ईयर इज़ अ यूनिट ऑफ डिस्टेंस। देखो लाइट ईयर बच्चों जापदा कि ईयर मैंने साल, लाइट मैंने रोशनी, पर लाइट ईयर एक्चुअली बच्चों दूरी की इकाई है। जिवें सेंटीमीटर दूरी की इकाई है, मिलीमीटर दूरी की इकाई है, किलोमीटर दूरी की इकाई है, मीटर, किलोमीटर, यह की है बच्चों? यह दूरी की लंबाई की इकाई है। इट्स अ क्वांटिटी, मतलब कि इट्स अ यूनिट ऑफ डिस्टेंस। इसी तरह लाइट ईयर इज़ आल्सो यूनिट ऑफ डिस्टेंस। ਇਹ ਜਿਹੜੀ ਗੱਲ ਮੈਂ ਸਮਝਾਉਣ ਲੱਗਾ ਨੂੰ ਬੜੇ ਧਿਆਨ ਨਾਲ ਦੇਖਿਓ ਤੇ ਇਹਨੂੰ ਤੁਸੀਂ ਜ਼ਬਾਨੀ ਆਪਣੇ ਆਪ ਵੀ ਕਰ ਲਿਓ ਜ਼ਰੂਰ। ਠੀਕ ਹੈ, ਇਟ ਇਜ਼ ਦੀ ਡਿਸਟੈਂਸ ਟਰੈਵਲਡ ਬਾਈ ਲਾਈਟ ਇਨ 1 ਈਅਰ। ਇਹ ਗੱਲ ਨੂੰ ਰੱਟਾ ਲਾ ਲਓ ਚੰਗੀ ਤਰ੍ਹਾਂ। ਜਦੋਂ ਤੁਸੀਂ ਬੱਚਿਓ ਇਹਨੂੰ 2-3 ਵਾਰ ਪੜ੍ਹੋਗੇ ਤੇ ਜੋ ਮੈਂ ਇੱਥੇ ਕੈਲਕੂਲੇਸ਼ਨਾਂ ਦੱਸੀਆਂ ਇਹਨੂੰ ਜੇ ਕਰੋਗੇ ਤੇ ਤੁਹਾਡੇ ਦਿਮਾਗ 'ਚ ਇਹ ਗੱਲ ਬੈਠ ਜਾਏਗੀ। ਇਸ ਗੱਲ ਤੋਂ ਬਿਲਕੁਲ ਨਹੀਂ ਘਬਰਾਉਣਾ ਜੇ ਤੁਹਾਨੂੰ ਇਹ ਗੱਲ ਪਹਿਲੀ ਵਾਰ ਨਹੀਂ ਸਮਝ ਆਉਂਦੀ। ਇਹਦੇ 'ਚ ਕੋਈ ਘਬਰਾਉਣ ਦੀ ਗੱਲ ਨਹੀਂ, ਕਿਉਂਕਿ ਇਹ ਬੜੀ ਨਵੀਂ ਚੀਜ਼ ਹੈ, ਵੱਖਰੀ ਚੀਜ਼ ਹੈ। ਇਸ ਕਰਕੇ ਹੋ ਸਕਦਾ ਪਹਿਲੀ ਵਾਰ ਤੁਹਾਨੂੰ ਇਹ ਨਾ ਸਮਝ ਆਵੇ, ਪਰ 2-3 ਵਾਰ 4 ਵਾਰ ਬਾਰ-ਬਾਰ ਪੜ੍ਹੋ ਇਹਨੂੰ ਨੋਟ ਡਾਊਨ ਕਰਕੇ, ਤੇ ਜਿਹੜੀ ਕੈਲਕੂਲੇਸ਼ਨਾਂ ਦੱਸੀਆਂ ਇਹਨਾਂ ਨੂੰ ਜ਼ੁਬਾਨੀ ਕਰੋ, ਫਿਰ ਤੁਹਾਡੇ ਦਿਮਾਗ 'ਚ ਗੱਲ ਬੈਠੇਗੀ। ਠੀਕ ਹੈ, ਸੋ ਲਾਈਟ ਈਅਰ ਇਜ਼ ਦੀ ਡਿਸਟੈਂਸ ਟਰੈਵਲਡ ਬਾਈ ਲਾਈਟ ਇਨ 1 ਈਅਰ। ਅਰਥਾਤ ਜਿੰਨੀ ਦੂਰੀ ਰੋਸ਼ਨੀ ਇੱਕ ਸਾਲ ਵਿੱਚ ਤੈਅ ਕਰਦੀ ਹੈ ਉਸ ਦੂਰੀ ਨੂੰ ਕਿਹਾ ਜਾਂਦਾ ਹੈ ਲਾਈਟ ਈਅਰ। ਹੁਣ ਦੇਖੀਏ ਕਿੱਦਾਂ ਹੈ, ਇਹਦੀ ਵੈਲਿਊ ਕਿੰਨੀ ਹੈ। ਦੇਖੋ, ਲਾਈਟ ਟਰੈਵਲਸ ਐਟ ਦੀ ਸਪੀਡ ਆਫ ਅਬਾਊਟ 300,000 ਕਿਲੋਮੀਟਰ ਪਰ ਸੈਕਿੰਡ। ਕਿੰਨੇ ਕਿਲੋਮੀਟਰ ਪਰ ਸੈਕਿੰਡ ਬੱਚਿਓ? ਮੈਂ ਤੁਹਾਨੂੰ ਇੱਦਾਂ ਦੱਸ ਦੇਵਾਂ ਕਿ ਜਿੱਦਾਂ ਅੰਦਾਜ਼ਾ ਲਗਾਉਣਾ ਹੋਵੇ, ਦਿੱਲੀ ਤੋਂ ਦਰਬਾਰ ਸਾਹਿਬ 500 ਕਿਲੋਮੀਟਰ ਹੈ। ਦਿੱਲੀ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਜਿਹੜਾ ਹੈ ਉਹ 500 ਕਿਲੋਮੀਟਰ ਹੈ। ਠੀਕ ਹੈ, ਤੇ ਸਾਨੂੰ ਕਿੰਨੇ ਘੰਟੇ ਲੱਗ ਜਾਂਦੇ ਨੇ? ਸਾਨੂੰ ਕਰੀਬ ਲੱਗ ਜਾਂਦੇ ਨੇ
8 ਤੋਂ 10 ਘੰਟੇ ਲੱਗ ਜਾਂਦੇ ਨੇ ਬਾਈ ਰੋਡ ਜਾਣ ਨੂੰ, ਠੀਕ ਹੈ। ਤੇ ਤੁਸੀਂ ਇਹ ਦੇਖੋ ਇਹ ਕਿੰਨਾ 300,000 ਕਿਲੋਮੀਟਰ ਪਰ ਸੈਕਿੰਡ। ਇੱਕ ਸਕਿੰਟ ਦੇ ਵਿੱਚ ਜਿਹੜੀ ਰੋਸ਼ਨੀ ਹੈ ਉਹ 3 ਲੱਖ ਕਿਲੋਮੀਟਰ ਤੈਅ ਕਰ ਲੈਂਦੀ, 3 ਲੱਖ ਕਿਲੋਮੀਟਰ ਇੱਕ ਸਕਿੰਟ ਦੇ ਵਿੱਚ, ਠੀਕ ਹੈ। ਇਹ ਸਪੀਡ ਹੈਗੀ ਹੈ ਲਾਈਟ ਦੀ। ਹੁਣ ਬੱਚਾ ਦੇਖੋ ਅਗਰ ਇੱਕ ਸਕਿੰਟ ਜਿਹੜਾ ਹੈ ਉਹ 'ਚ ਇੰਨੀ ਦੂਰੀ ਤੈਅ ਹੁੰਦੀ ਹੈ ਤੇ 1 ਮਿੰਟ ਵਿੱਚ ਕਿੰਨੇ ਸਕਿੰਟ ਹੁੰਦੇ ਨੇ 60 ਸਕਿੰਟ। ਸੋ 1 ਮਿੰਟ ਵਿੱਚ ਕਿੰਨੀ ਦੂਰੀ ਤੈਅ ਹੋਏਗੀ। ਇਨ 1 ਮਿੰਟ ਲਾਈਟ ਟਰੈਵਲਸ 300,000 ਇੰਟੂ 60 ਕਿਲੋਮੀਟਰ। ਕਿਉਂ? ਕਿਉਂਕਿ 1 ਮਿੰਟ ਵਿੱਚ 60 ਸੈਕਿੰਡ ਹੁੰਦੇ ਨੇ ਤੇ ਇਹ 1 ਸੈਕਿੰਡ ਦੀ ਦੂਰੀ ਹੈ ਤੇ 60 ਸੈਕਿੰਡ ਦੀ ਦੂਰੀ ਹੋ ਜਾਏਗੀ, 1 ਮਿੰਟ ਦੀ ਦੂਰੀ ਹੋ ਜਾਏਗੀ ਇੰਨੀ 300,000 ਇੰਟੂ 60। ਹੁਣ ਚਲੋ 1 ਘੰਟੇ ਵਿੱਚ ਇਨ 1 ਆਵਰ, ਹੁਣ 1 ਘੰਟੇ ਵਿੱਚ ਕਿੰਨੇ ਸੈਕਿੰਡ ਹੁੰਦੇ ਨੇ, ਕਿੰਨੇ ਮਿੰਟ ਹੁੰਦੇ ਨੇ 60 ਮਿੰਟ ਹੁੰਦੇ ਨੇ। ਇਹ ਦੂਰੀ ਹੈਗੀ ਹੈ 1 ਮਿੰਟ ਦੀ ਤੇ 60 ਮਿੰਟ ਦੀ ਕਿੰਨੀ ਹੋ ਜਾਏਗੀ ਇਹ ਵਾਲੀ 300,000 ਇੰਟੂ 60 ਕਿਲੋਮੀਟਰ। ਵੈਰੀ ਸਿੰਪਲ। ਫਿਰ ਇੱਕ ਦਿਨ ਵਿੱਚ ਕਿੰਨੇ ਘੰਟੇ ਹੁੰਦੇ ਨੇ 24 ਘੰਟੇ। ਅਗਰ ਇਹ ਦੂਰੀ 1 ਘੰਟੇ ਦੀ ਹੈ ਤੇ ਇਨ 1 ਡੇ ਲਾਈਟ ਟਰੈਵਲ 24 ਘੰਟੇ 'ਚ ਕਿੰਨੀ ਹੋ ਜਾਏਗੀ 300,000 ਇੰਟੂ 60 ਇੰਟੂ 24 ਕਿਲੋਮੀਟਰ। ਇੱਕ ਦਿਨ ਦੇ ਵਿੱਚ ਲਾਈਟ ਇੰਨਾ ਟਰੈਵਲ ਕਰਦੀ ਹੈ। ਤੇ ਇੱਕ ਸਾਲ ਵਿੱਚ ਕਿੰਨੇ ਦਿਨ ਹੁੰਦੇ ਨੇ 365 ਡੇਜ਼। ਸੋ ਅਸੀਂ ਇਹਨੂੰ ਹੁਣ 365 ਨਾਲ ਮਲਟੀਪਲਾਈ ਕਰਾਂਗੇ। ਇਨ 1 ਈਅਰ ਲਾਈਟ ਟਰੈਵਲਸ 300,000 ਇੰਟੂ 60 ਗੁਣਾ 60 3600 ਤੇ ਇੰਟੂ 24 ਤੇ ਇਹ ਹੈਗੀ ਇੱਕ ਦਿਨ ਦੀ ਦੂਰੀ, ਇਹ ਹੋਏਗੀ 365 1 ਈਅਰ ਕਿਲੋਮੀਟਰ। ਹੁਣ ਜਦੋਂ ਬੱਚਿਓ ਅਸੀਂ ਇਹਨੂੰ ਗੁਣਾ ਕੀਤਾ, ਇਹ ਸਾਰੇ ਨੂੰ ਗੁਣਾ ਕੀਤਾ ਤੇ ਸਾਡੇ ਕੋਲ ਆ ਗਿਆ ਅਪਰੋਕਸੀਮੇਟਲੀ 946080000000 ਕਿਲੋਮੀਟਰ। ਹੁਣ ਇਹਨੂੰ ਅਸੀਂ ਸਟੈਂਡਰਡ ਫਾਰਮ 'ਚ ਲਿਖਾਂਗੇ, ਸਿੰਪਲੀਫਾਈ ਕਰਾਂਗੇ, ਠੀਕ ਹੈ। ਇਹ ਦੇਖੋ ਬੱਚਿਓ 3 zeros 1000, 6 zeros 1 million, 9 zeros 1 billion। फिर किन्ने और किन्ने जीरो हो गए 12 zeros किन्ने हो गए बच्चों ट्रिलियन। सो यह कितना हो गया 9.46 ट्रिलियन किलोमीटर। 10 लाइट ईयर इज मोर देन में क्यों किया बच्चे, मैं 08 नहीं लिया 9.46 ਤੇ ਅੱਗੇ ਇਹ ਵੀ ਹੈਗਾ 8 ਵੀ ਹੈਗਾ ਤੇ ਉਹ ਅਸੀਂ ਲਿਖਣ ਦੀ ਲੋੜ ਨਹੀਂ ਕਿਉਂਕਿ ਇਟਸ ਅ ਵੈਰੀ ਹਿਊਜ ਫਿਗਰ। ਸੋ ਇਹਨੂੰ ਸਿੰਪਲੀਫਾਈ ਕਰਕੇ ਲਿਖ ਸਕਦੇ ਹਾਂ 9.46 ਟ੍ਰਿਲੀਅਨ ਕਿਲੋਮੀਟਰ। ਇਸ ਫਿਗਰ ਨੂੰ ਬੱਚਿਓ ਇੱਕ ਸਾਈਡ ਤੇ ਲਿਖ ਲਵੋ ਤੇ ਦਿਮਾਗ 'ਚ ਬਿਠਾ ਲਵੋ। ਕਈ ਜਗ੍ਹਾ ਲਿਖਿਆ ਜਾ ਸਕਦਾ 9.5 ਟ੍ਰਿਲੀਅਨ ਕਿਉਂਕਿ ਇਹ 4 ਹੈਗਾ ਤੇ ਇੱਥੇ ਬਸ 6 ਹੈਗਾ। 6 ਇਜ਼ ਮੋਰ ਦੈਨ 5 ਔਰ ਮੋਟਰ ਤੇ ਇਹਨੂੰ ਅਸੀਂ ਰਾਊਂਡਿੰਗ ਆਫ ਕਰ ਸਕਦੇ ਹਾਂ 9.5। ਤੁਸੀਂ ਹੁਣ ਬੱਚਿਓ ਅੰਦਾਜ਼ਾ ਲਗਾ ਲਓ ਕਿੰਨੀ ਵੱਡੀ ਫਿਗਰ ਹੈ 9.46 ट्रिलियन किलोमीटर इज द यूनिट ऑफ इज द इक्वल टू लाइट ईयर। मैं लाइट ईयर किन्ने डिस्टेंस के बराबर है, मैं क्या ना इट्स अ यूनिट ऑफ डिस्टेंस। सो 1 लाइट ईयर इज इक्वल टू मोर दैन 9.46 ट्रिलियन किलोमीटर। ट्रिलियन में 12 जीरो होंदियां, 1000 में 3 होंदियां, मिलियन में 6 होंदियां, बिलियन में 9 होंदियां ਤੇ ਟ੍ਰਿਲੀਅਨ ਵਿੱਚ 12 ਜ਼ੀਰੋ ਹੁੰਦੀ ਹੈ। ਸੋ ਇਹਨੂੰ ਇੰਟੂ 10 ਟੂ ਰੇਜ਼ ਪਾਵਰ 12 ਕਰ ਦਿਓ ਕਿਲੋਮੀਟਰ, ਠੀਕ ਹੈ। ਜੇ ਟ੍ਰਿਲੀਅਨ ਹਟਾਣਾ ਹੈ ਤੇ ਇਹਨੂੰ ਕਰ ਸਕਦੇ ਹਾਂ ਇੰਟੂ 10 ਟੂ ਰੇਜ਼ ਟੂ ਪਾਵਰ 12 ਕਿਲੋਮੀਟਰ। ਇਟਸ ਅ ਮਾਈਂਡ ਬੋਗਲਿੰਗ ਫਿਗਰ, ਬੰਦੇ ਦਾ ਮੂੰਹ ਅੱਡਿਆ ਰਹਿ ਜਾਂਦਾ ਹੈ। ਇਟਸ ਸੋ ਮਤਲਬ ਕਿ ਅਮੇਜ਼ਿੰਗ, ਅਸੀਂ ਇਹਦੀ ਕਲਪਨਾ ਵੀ ਨਹੀਂ ਕਰ ਸਕਦੇ। ਇਹ ਹੁਣ ਬੱਚਿਓ ਜਿਹੜੇ ਪੁਲਾੜ ਜਿਹੜਾ ਗੁਰੂ ਸਾਹਿਬ ਨੇ ਕਿਹਾ ਨਾ ਨਾਨਕ ਕਰਤੇ ਕਾ ਅੰਤ ਨਾ ਪਾਵੈ, ਇਹ ਉਸ ਪਰਮਾਤਮਾ ਦੀ ਰਚਨਾ ਬੜੀ ਬੇਅੰਤ ਹੈ, ਠੀਕ ਹੈ। ਸੋ ਕਿੰਨੇ ਹੀ ਤਾਰੇ ਕੇਤੇ ਪਵਨ ਪਾਣੀ ਵੇ ਸੰਤਰ ਕੇਤੇ ਕਾਣ ਮਹੇਸ਼, ਕਿੰਨੇ ਹੀ ਸ਼ਿਵ ਜੀ, ਕਿੰਨੇ ਹੀ ਕ੍ਰਿਸ਼ਨ, ਕਿੰਨੇ ਹੀ ਪਵਨ, ਕਿੰਨੇ ਹੀ ਸੂਰਜ, ਕਿੰਨੇ ਹੀ ਚੰਦ, ਕੋਈ ਅੰਤ ਨਹੀਂ ਹੈਗਾ। ਆਓ ਦੇਖੀਏ ਹੁਣ ਆ ਗਿਆ ਬੱਚੋ ਕੋਈ ਗੱਲ ਸਟਾਰਸ ਦੀ ਸੈਲੈਸਟੀਅਲ ਬੋਡੀਜ਼ ਬੱਚੋ ਜਿਹੜੀ ਆਕਾਸ਼ ਵਿੱਚ ਬੋਡੀਜ਼ ਹੈਗੀਆਂ ਦੈਟ ਐਮਿਟ ਲਾਈਟ ਆਫ देयर ਓਨ ਆਰ ਨੋਨ ਐਜ਼ ਸਟਾਰਸ। ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸਟਾਰ, ਜਿਹੜੀ ਆਪਣੀ ਰੋਸ਼ਨੀ ਆਪ ਛੱਡਦੀਆਂ। ਡਿਫਰੈਂਟ ਸਟਾਰਸ ਹੈਵ ਡਿਫਰੈਂਟ ਲੈਵਲਸ ਆਫ ਬ੍ਰਾਈਟਨੈਸ। ਕੋਈ ਜ਼ਿਆਦਾ ਰੋਸ਼ਨੀ ਛੱਡਦਾ ਹੈ, ਕੋਈ ਘੱਟ ਛੱਡਦਾ ਹੈ। ਉਹਨਾਂ ਦੀ ਬ੍ਰਾਈਟਨੈਸ, ਉਹਨਾਂ ਦੀ ਚਮਕ ਅਲੱਗ-ਅਲੱਗ ਪੱਧਰ ਦੀ ਹੈ, ਕੋਈ ਜ਼ਿਆਦਾ ਬ੍ਰਾਈਟ ਹੈ, ਕੋਈ ਘੱਟ ਬ੍ਰਾਈਟ ਹੈ। ਤੇ ਤੁਸੀਂ ਕਹੋਗੇ ਹੁਣ ਆਵਰ ਸਨ ਇਜ਼ ਆਲਸੋ ਅ ਸਟਾਰ, ਅਸੀਂ ਭਾਵੇਂ ਇਹਨੂੰ ਅਸੀਂ ਸਨ ਕਹਿੰਦੇ ਹਾਂ ਪਰ ਬੱਚਿਓ ਸੂਰਜ ਕਹਿੰਦੇ ਹਾਂ। ਸੂਰਜ ਵੀ ਇਸ ਪਰਿਭਾਸ਼ਾ ਦੇ ਅਨੁਸਾਰ ਇੱਕ ਸਟਾਰ ਹੈ, ਠੀਕ ਹੈ। ਪਰ ਇਹ ਸਟਾਰ ਸਾਡੇ ਸੋਲਰ ਸਿਸਟਮ ਦਾ ਹੈ ਤੇ ਅਸੀਂ ਇਹਦਾ ਨਾਮ ਸਪੈਸ਼ਲ ਰੱਖਿਆ ਜਿਹਨੂੰ ਅਸੀਂ ਕਹਿੰਦੇ ਹਾਂ ਸਨ, ਸੂਰਜ। ਪਰ ਸੂਰਜ ਵੀ ਅਸਲ ਵਿੱਚ ਇੱਕ ਤਾਰਾ ਹੀ ਹੈ, ਠੀਕ ਹੈ। ਦੀ ਸਟਾਰਸ ਅਪੀਅਰ ਸਮੋਲਰ ਦੈਨ ਦੀ ਸਨ।
ਹੁਣ ਤੁਸੀਂ ਕਹੋ ਜੀ ਇਹ ਸੂਰਜ ਤੇ ਬੜਾ ਵੱਡਾ ਲੱਗਦਾ ਹੈ ਤੇ ਤਾਰੇ ਤੇ ਉਹਦੇ ਮੁਕਾਬਲੇ ਬਹੁਤ ਛੋਟੇ ਨੇ, ਕਿਉਂ? ਬਿਕੋਜ਼ ਦੇ ਆਰ ਮਿਲੀਅਨਸ ਆਫ ਟਾਈਮਸ ਫਾਰਦਰ ਅਵੇ ਦੈਨ ਦੀ ਸਨ। ਠੀਕ ਹੈ ਬੱਚੋ, ਤੁਸੀਂ ਆਪਣੇ ਲਾਗੇ ਇੱਕ ਲੱਡੂ ਰੱਖ ਲਓ ਤੇ 200 300 400 ਮੀਟਰ ਦੀ ਦੂਰੀ ਤੇ ਇੱਕ ਫੁੱਟਬਾਲ ਰੱਖ ਦਿਓ, ਤੁਹਾਨੂੰ ਬੱਚੋ ਫੁੱਟਬਾਲ ਛੋਟੀ ਨਜ਼ਰ ਆਏਗੀ, ਲੱਡੂ ਵੱਡਾ ਨਜ਼ਰ ਆਏਗਾ, ਕਿਉਂਕਿ ਲੱਡੂ ਤੁਹਾਡੇ ਨੇੜੇ ਹੈਗਾ। ਸੋ ਤਾਰੇ ਸਾਨੂੰ ਕਿਉਂ ਛੋਟੇ ਨਜ਼ਰ ਆਉਂਦੇ ਨੇ? ਇਹ ਤਾਰੇ ਸਾਡੇ ਸੂਰਜ ਤੋਂ ਕਈ ਗੁਣਾ ਜ਼ਿਆਦਾ ਵੱਡੇ ਨੇ ਪਰ ਛੋਟੇ ਨਜ਼ਰ ਆਉਂਦੇ ਨੇ। ਇੱਦੋਂ ਪਤਾ ਲੱਗਦਾ ਕਿ ਕਿੰਨੀ ਦੂਰ ਨੇ, ਤੇ ਕਿੰਨੀ ਦੂਰ ਨੇ? ਲੱਖਾਂ ਗੁਣਾ ਦੂਰ, ਲੱਖਾਂ ਗੁਣਾ ਦੂਰ, ਥੋੜਾ ਨਹੀਂ। ਜਿੰਨਾ ਸੂਰਜ ਸਾਡੇ ਤੋਂ ਦੂਰ ਹੈ ਉਹ ਤੋਂ ਕਈ ਲੱਖਾਂ ਗੁਣਾ ਦੂਰ ਇਹ ਤਾਰੇ ਸਾਡੇ ਤੋਂ ਨੇ। ਇਹ ਤਾਰੇ ਸੂਰਜ ਤੋਂ ਬਹੁਤ ਵੱਡੇ ਨੇ ਪਰ ਫਿਰ ਵੀ ਛੋਟੇ ਨਜ਼ਰ ਆਉਂਦੇ। ਦੇ ਲੁੱਕ ਵੈਰੀ ਸਮॉल, ਦੇ ਅਪੀਅਰ ਸਮਾਲਰ ਦੈਨ ਦ ਸਨ ਬਿਕੋਜ਼ ਦੇ ਆਰ ਮਿਲੀਅਨਸ ਆਫ ਟਾਈਮਸ farther away from the ज़्यादा दूर from the sun. Stars are not visible in the daytime due to the bright sunlight. ਜਦੋਂ ਦਿਨੇ ਤਾਰੇ ਤੇ ਚੰਦਰਮਾ ਆਕਾਸ਼ ਵਿੱਚ ਰਹਿੰਦੇ ਹੀ ਨੇ ਪਰ ਦਿਨ ਵੇਲੇ ਸਾਨੂੰ ਨਜ਼ਰ ਨਹੀਂ ਆਉਂਦੇ। ਹੁਣ ਬੱਚੋ ਦੱਸੋ, ਤੁਸੀਂ ਇੱਕ ਮੋਮਬੱਤੀ ਜਗਾ ਲਓ, ਮਤਲਬ ਸਿਖਰ ਦੁਪਹਿਰੇ ਤੇ ਬਰਾਂਡੇ 'ਚ ਬਾਲਕਨੀ ਜਾਂ ਛੱਤ ਤੇ ਚਲ ਜਾਓ, ਉੱਥੇ ਮੋਮਬੱਤੀ ਜਗਾ ਕੇ ਰੱਖ ਦਿਓ ਤੇ ਕੀ ਹੋਏਗਾ? ਤੁਹਾਨੂੰ ਸੂਰਜ ਚੜ੍ਹੇ ਤੇ ਜਿਹੜੇ ਮੋਮਬੱਤੀ ਜਗਾਓਗੇ ਤੇ ਤੁਹਾਨੂੰ ਮੋਮਬੱਤੀ ਦੀ ਲਾਟ, ਉਹਦੀ ਫਲੇਮ ਨਜ਼ਰ ਨਹੀਂ ਆਏਗੀ ਬਿਕੋਜ਼ ਸਨ ਇਜ਼ ਵੈਰੀ ਬ੍ਰਾਈਟ, ਸੋ ਯੂ ਕੈਨੋਟ ਸੀ ਦੀ ਫਲੇਮ। ਇਸੀ ਤਰ੍ਹਾਂ ਸੂਰਜ ਦੀ ਝੁੰਧਿਆਣ ਵਾਲੀ ਜਿਹੜੀ ਰੋਸ਼ਨੀ ਹੈ ਬੜੀ ਬ੍ਰਾਈਟ ਹੈਗੀ ਹੈ, ਉਹਦੇ ਵਿੱਚ ਜਿਹੜੇ ਤਾਰੇ ਨੇ ਉਹ ਲੁਕ ਜਾਂਦੇ ਨੇ। ਠੀਕ ਹੈ ਨਾ, ਜਿਹਦਾ ਭਾਈ ਗੁਰਦਾਸ ਜੀ ਨੇ ਕਿਹਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਆ, ਮਤਲਬ ਜਿਹੜੇ ਸੂਰਜ ਨਿਕਲਦਾ ਤੇ ਤਾਰੇ ਛੁਪ ਜਾਂਦੇ ਨੇ। ਇਸੀ ਤਰ੍ਹਾਂ ਜਦੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤੇ ਉਹ ਗਿਆਨ ਦਾ ਸੂਰਜ ਲੈ ਕੇ ਆਏ ਤੇ ਤਾਰਿਆਂ ਵਰਗੇ ਜਿਹੜੇ ਛੋਟੇ ਮੋਟੇ ਜਿਹੜੇ ਸੀਗੇ ਬੰਦੇ, ਜੋਗੀ ਜਾਂ ਕਰਾਮਾਤੀ ਜਾਂ ਪਖੰਡੀ ਸੀਗੇ, ਉਹ ਸਾਰੇ ਛੁਪ ਗਏ। ਠੀਕ ਹੈ, ਸੋ ਸਟਾਰਸ ਆਰ ਨਾਟ ਵਿਜ਼ੀਬਲ ਇਨ ਦੀ ਡੇ ਟਾਈਮ ਡਿਊ ਟੂ ਦੀ ਬ੍ਰਾਈਟ ਸਨਲਾਈਟ। ਦੀ ਸਟਾਰਸ ਐਂਡ ਦੀ ਸਨ ਅਪੀਅਰ ਟੂ ਮੂਵ ਫਰੋਮ ਈਸਟ ਟੂ ਵੈਸਟ। ਜਿਹੜੇ ਅਸੀਂ ਦੇਖਦੇ ਹਾਂ ਕੀ ਹੁੰਦਾ ਬੱਚਿਓ, ਸਾਨੂੰ ਇਵੇਂ ਜਾਪਦਾ ਕਿ ਸੂਰਜ ਪੂਰਬ ਤੋਂ ਚੜ੍ਹਿਆ ਤੇ ਪੱਛਮ 'ਚ ਡੁੱਬ ਗਿਆ। ਇਸੀ ਤਰ੍ਹਾਂ ਤਾਰੇ ਵੀ ਬੱਚਿਓ ਪੂਰਬ ਤੋਂ ਪੱਛਮ ਵਾਲੇ ਪਾਸੇ ਘੁੰਮਦੇ ਨਜ਼ਰ ਆਉਂਦੇ ਨੇ। ਕਿਉਂ? ਅਸਲ ਵਿੱਚ ਕੀ ਹੈ ਕਿ ਅਰਥ ਰੋਟੇਟਸ ਫਰੋਮ ਵੈਸਟ ਟੂ ਈਸਟ। ਜਿਹੜੀ ਧਰਤੀ ਹੈ ਆਪਣੀ ਧੁਰੀ ਤੇ ਪੱਛਮ ਤੋਂ ਈਸਟ ਵਾਲੇ ਪਾਸੇ, ਪੂਰਬ ਵਾਲੇ ਪਾਸੇ ਘੁੰਮਦੀ ਪਈ ਹੈ। ਤੇ ਜਦੋਂ ਧਰਤੀ ਘੁੰਮਦੀ ਹੈ ਤੇ ਸਾਨੂੰ ਫਿਰ ਕੀ ਆਉਂਦਾ ਕਿ ਸਨ ਤੇ ਤਾਰੇ ਈਸਟ ਟੂ ਵੈਸਟ ਉਲਟੇ ਪਾਸੇ ਚੱਲਦੇ ਨਜ਼ਰ ਆਉਂਦੇ ਨੇ। ਜਦੋਂ ਬੱਚੇ ਅਸੀਂ ਗੱਡੀ 'ਚ ਬੈਠੇ ਹਾਂ, ਗੱਡੀ ਚੱਲਦੀ ਹੈ ਤੇ ਸਾਨੂੰ ਅਸੀਂ ਖਿੜਕੀ 'ਚ ਬੈਠੇ ਦੇਖਦੇ ਹਾਂ, ਜਿਸ ਦਿਸ਼ਾ ਵਿੱਚ ਗੱਡੀ ਚੱਲਦੀ ਹੈ ਤੇ ਜਿਹੜੇ ਪੇੜ ਨੇ, ਦਰਖਤ ਨੇ ਖਿੜਕੀ 'ਚੋਂ ਨਜ਼ਰ ਆਉਂਦੇ ਨੇ, ਉਹ ਸਾਨੂੰ ਪਿੱਛੇ ਜਾਂਦੇ ਨਜ਼ਰ ਆਉਂਦੇ ਨੇ ਉਲਟੀ ਦਿਸ਼ਾ ਵਿੱਚ। ਸੋ ਜਦੋਂ ਧਰਤੀ ਵੈਸਟ ਟੂ ਈਸਟ ਘੁੰਮਦੀ ਹੈ ਆਪਣੀ ਧੁਰੀ ਤੇ ਇਸ ਕਰਕੇ ਸਾਨੂੰ ਆਪਣੇ ਚੰਦਰਮਾ, ਸੂਰਜ ਤੇ ਤਾਰੇ ਜਿਹੜੇ ਨੇ ਇਹ ਈਸਟ ਟੂ ਵੈਸਟ ਉਲਟਾ, ਦੇਖੋ ਈਸਟ ਟੂ ਵੈਸਟ ਆਕਾਸ਼ ਦੇ ਵਿੱਚ ਘੁੰਮਦੇ ਜਾਪਦੇ ਨੇ, ਨਜ਼ਰ ਆਉਂਦੇ ਨੇ। ਪਰ ਇੱਕ ਬੱਚੋ ਇੱਕ ਤਾਰਾ ਹੈ ਉਹ ਜਿਹੜਾ ਨਹੀਂ ਘੁੰਮਦਾ, ਉਹਨੂੰ ਕਹਿੰਦੇ ਪੋਲ ਸਟਾਰ, ਜਿਹਨੂੰ ਕਹਿੰਦੇ ਧਰੁਵ ਤਾਰਾ। ਠੀਕ ਹੈ, ਇਹਨੂੰ ਪੋਲੈਰਿਸ ਵੀ ਕਹਿ ਦਿੰਦੇ ਆ, ਪੋਲ ਸਟਾਰ ਵੀ ਕਹਿ ਦਿੰਦੇ ਆ, ਤੇ ਇਹਨੂੰ ਪੰਜਾਬੀ 'ਚ ਕਹਿੰਦੇ ਧਰੁਵ ਤਾਰਾ। ਦੀ ਪੋਲ ਸਟਾਰ ਵਿਚ ਇਜ਼ ਸਿਚੁਏਟਡ ਐਟ ਦੀ ਡਾਇਰੈਕਸ਼ਨ ਆਫ ਦੀ ਅਰਥਸ ਐਕਸਿਸ ਡਜ਼ ਨਾਟ ਅਪੀਅਰ ਟੂ ਮੂਵ। ਇਹ ਕਿਉਂ ਨਹੀਂ ਮੂਵ ਕਰਦਾ ਬੱਚਿਓ? ਕਿਉਂਕਿ ਇਸ ਤਾਰੇ ਦੀ ਲੋਕੇਸ਼ਨ ਜਿਹੜੀ ਹੈ ਉਹ ਧਰਤੀ ਦੇ ਧੁਰੇ ਦੇ ਉੱਤੇ ਹੈਗੀ ਹੈ। ਮਤਲਬ ਕਿ ਜੇ ਧਰਤੀ ਦੇ ਧੁਰੇ ਨੂੰ ਅਸੀਂ ਇੱਕ ਲਾਈਨ ਖਿੱਚੀਏ ਪੁਲਾੜ ਦੇ ਵਿੱਚ ਲੈ ਕੇ ਜਾਈਏ ਤੇ ਸਿੱਧੀ ਜਿਹੜੀ ਧਰਤੀ ਦਾ ਧੁਰਾ ਜਿਹੜਾ ਹੈ ਇਹ ਕਿੱਥੇ ਜਾ ਕੇ ਮਿਲੇਗਾ ਬੱਚਿਓ? ਇਹ ਧਰੁਵ ਤਾਰੇ ਨੂੰ ਜਾ ਕੇ ਮਿਲੇਗਾ, ਨਾਰਥ ਵਿੱਚ, ਉੱਤਰ ਵਿੱਚ। ਠੀਕ ਹੈ, ਉਹ ਦੇਖੀਏ, ਇਹ ਦੇਖੋ ਬੱਚਾ, ਇਹ ਧਰਤੀ ਹੈ ਤੇ ਧਰਤੀ ਦਾ ਜਿੱਦਾਂ ਘੁੰਮਦੀ ਹੈ ਧੁਰੇ ਤੇ ਆਪਣੇ ਧੁਰਾ ਹੈ, ਤੇ ਜੇ ਮੈਂ ਇੱਥੋਂ ਦੀ ਲਾਈਨ ਉੱਤੇ ਲੈ ਕੇ ਜਾਵਾਂ ਤੇ ਇਹ ਦੇਖੋ ਇਹ ਪੋਲ ਸਟਾਰ ਹੈਗਾ। ਹੁਣ ਬੱਚਾ ਜਿਵੇਂ ਧਰਤੀ ਨੂੰ ਇਹਦਾ ਘੁਮਾਈ ਜਾਵਾਂ, ਇਹਦਾ ਜਿੱਦਾਂ ਘੁੰਮਦੀ ਪਈ ਹੈ ਆਪਣੇ ਧੁਰੇ ਦੇ ਉੱਤੇ, ਤੇ ਜਿਹੜਾ ਧੁਰਾ ਘੁੰਮਦਾ ਹੈ, ਧੁਰੇ ਤੇ ਕੋਈ ਚੀਜ਼ ਘੁੰਮਦੀ ਹੈ ਤੇ ਧੁਰਾ ਜਿਹੜਾ ਉਹ ਤੇ ਨਹੀਂ ਘੁੰਮਦਾ, ਧੁਰਾ ਤੇ ਖੜਾ ਰਹਿੰਦਾ ਹੈ। ਹੁਣ ਜਿਹਦਾ ਸਾਈਕਲ ਦਾ ਅਸੀਂ ਜਿਹੜੇ ਪਹੀਆ ਚਲਾਉਂਦੇ ਹਾਂ, ਪੜੂਆ ਘੁੰਮਦਾ ਹੈ ਤੇ ਪੜੂਏ ਦੇ ਵਿੱਚ ਜਿਹੜਾ ਐਕਸਲ ਹੈਗਾ, ਐਕਸਿਸ, ਉਹ ਤੇ ਨਹੀਂ ਘੁੰਮਦਾ, ਉਹ ਸਿਰਫ ਰੋਟੇਟ ਕਰਦਾ ਹੈ ਪਰ ਉਹਦੀ ਪੋਜੀਸ਼ਨ ਚੇਂਜ ਨਹੀਂ ਹੁੰਦੀ। ਇਸੇ ਕਰਕੇ ਜਦੋਂ ਧਰਤੀ ਦਾ ਗੋਲ ਗੋਲ ਘੁੰਮਦੀ ਹੈ ਤੇ ਇਹ ਜਿਹੜਾ ਐਕਸਿਸ ਹੈ ਇਹਦੀ ਲੋਕੇਸ਼ਨ ਉਹੀ ਰਹਿੰਦੀ ਹੈ, ਤੇ ਇਸ ਕਰਕੇ ਇਹ ਜਿਹੜਾ ਇਹ ਤੋਂ ਜਿਹਦੇ ਉੱਤੇ ਜਾਈਏ ਤੇ ਪੋਲ ਸਟਾਰ ਇੱਥੇ ਵੇ, ਇਸ ਕਰਕੇ ਇਹ ਨਾ ਚੜ੍ਹਦਾ ਹੈ ਨਾ ਡੁੱਬਦਾ, ਇੱਥੇ ਹੀ ਜਾਪਦਾ ਹੈ। ਠੀਕ ਹੈ, ਪਰ ਇੱਕ ਗੱਲ ਹੈ ਬੱਚੋ, ਪੋਲ ਸਟਾਰ ਇਜ਼ ਵਿਜ਼ੀਬਲ ਓਨਲੀ ਫਰੋਮ ਦੀ ਨਾਰਦਰਨ ਹੈਮੀਸਫੀਅਰ। ਇਹ ਸਾਊਦਰਨ ਹੈਮੀਸਫੀਅਰ, ਜੇ ਇਕੁਏਟਰ ਤੋਂ ਥੱਲੇ ਚਲੇ ਜਾਓ, ਸਾਊਥ ਵਿੱਚ ਚਲੇ ਜਾਓ, ਉੱਥੋਂ ਦੀ ਪੋਲ ਸਟਾਰ ਨਜ਼ਰ ਨਹੀਂ ਆਉਂਦਾ। ਤੇ ਬੱਚਿਓ ਜਿਵੇਂ ਸਾਨੂੰ ਦਿਨ ਵੇਲੇ ਪਤਾ ਲੱਗ ਜਾਂਦਾ ਵੀ ਸੂਰਜ ਕਿੱਥੋਂ ਚੜ੍ਹੇ ਤੇ ਪੂਰਬ ਕਿਹੜੇ ਪਾਸੇ ਵੇ, ਤੇ ਸ਼ਾਮੀ ਪਤਾ ਲੱਗ ਜਾਂਦਾ ਵੀ ਪੱਛਮ ਕਿਹੜੇ ਪਾਸੇ ਵੇ ਜਦੋਂ ਸੂਰਜ ਡੁੱਬਦਾ ਹੈ। ਇਸੀ ਤਰ੍ਹਾਂ ਸਮੁੰਦਰ ਵਿੱਚ ਜਦੋਂ ਪੁਰਾਣੇ ਜ਼ਮਾਨੇ ਵਿੱਚ, ਅੱਜ ਕੱਲ੍ਹ ਤੇ GPS ਆ ਗਏ,
ਤੇ ਕੀ ਕਰਦੇ ਸੀ ਪੁਰਾਣੇ ਲੋਕ ਜਿਹੜੇ ਜਹਾਜ਼ ਚਲਾਉਂਦੇ ਸੀਗੇ, ਉਹ ਰਾਤ ਵੇਲੇ ਕਿੱਦਾਂ ਪਤਾ ਲੱਗਦਾ ਸੀ, ਦਿਸ਼ਾ ਦਾ ਕਿੱਦਾਂ ਪਤਾ ਲੱਗਦਾ ਸੀ, ਉਹ ਫਿਰ ਇਹਨੂੰ ਪੋਲ ਸਟਾਰ ਨੂੰ ਦੇਖਦੇ ਸੀਗੇ। ਜਿੱਥੇ ਪੋਲ ਸਟਾਰ ਦੇਖ ਲੈਂਦੇ ਸੀ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਦਿਸ਼ਾ ਉੱਤਰ ਵਾਲੇ ਪਾਸੇ ਵੇ, ਕਿਉਂਕਿ ਪੋਲ ਸਟਾਰ ਇਜ਼ ਆਲਵੇਜ਼ ਐਟ ਦੀ ਨਾਰਥ ਪੋਲ। ਇੱਥੋਂ ਉੱਤਰ ਦੀ ਦਿਸ਼ਾ ਦਾ ਪਤਾ ਲੱਗਦਾ ਹੈ। ਇਹ ਸਾਡੇ ਇੰਡੀਆ ਤੋਂ ਵੀ ਨਜ਼ਰ ਆਉਂਦੀ ਹੈ। ਤੁਸੀਂ ਜਿਹੜੇ ਰਾਤਾਂ ਦੇ ਵੇਲੇ ਸ਼ਾਮੀ ਵੇਲੇ ਦੇਖੋ, ਇਹ ਤੁਹਾਨੂੰ ਨਹੀਂ ਦੱਸਾਂਗੇ ਵੀ ਇਹ ਪੋਲ ਸਟਾਰ ਕਿੱਦਾਂ ਲੱਭੀਦਾ, ਉਹ ਵੀ ਤੁਹਾਨੂੰ ਸਮਝਾਵਾਂਗੇ ਹੁਣੀ, ਠੀਕ ਹੈ। ਸੋ ਤੁਸੀਂ ਇਹਦੀ ਪ੍ਰੈਕਟਿਸ ਵੀ ਕਰਨੀ ਹੈ। ਤੇ ਜਦੋਂ ਖਾਸ ਤੌਰ ਤੇ ਜਦੋਂ ਮੱਸਿਆ ਹੋਵੇ, ਜਦੋਂ ਪੂਰਾ ਹਨੇਰਾ ਹੋਵੇ, ਉਦੋਂ ਤਾਰੇ ਜ਼ਿਆਦਾ ਚਮਕਦੇ ਨੇ, ਉਦੋਂ ਤੁਸੀਂ ਪੋਲ ਸਟਾਰ ਨੂੰ ਬੜੀ ਕਲੀਅਰਲੀ ਦੇਖ ਸਕਦੇ ਹੋ, ਠੀਕ ਹੈ। ਆਓ ਅੱਗੇ ਚਲੀਏ। A star which rises in the east in the evening sets in the west in the early morning। ਕਿਉਂ ਤਾਰੇ ਤੇ ਬੱਚਿਓ ਸਾਡੇ ਚਾਰੋਂ ਪਾਸੇ ਨੇ, ਪੂਰੇ ਆਕਾਸ਼ ਵਿੱਚ ਨੇ। ਸੋ ਪੂਰਾ ਆਕਾਸ਼ ਫੈਲਿਆ ਹੋਇਆ ਤਾਰਿਆਂ ਦੇ ਨਾਲ। ਸੋ ਕੁਝ ਤਾਰੇ ਤੇ ਹੈਗੇ ਨੇ ਜਿਹੜੇ ਹੁਣ ਜਿੱਦਾਂ ਮੰਨ ਲਈ ਦਿਨ ਵੇਲੇ ਤਾਰੇ ਚੜੇ, ਦਿਨ ਵੇਲੇ ਚੜੇ ਉਹ ਤੇ ਨਜ਼ਰ ਨਹੀਂ ਆਉਣਗੇ, ਤੇ ਉਹ ਸ਼ਾਮ ਦੇ ਵੇਲੇ ਡੁੱਬਦੇ ਨਜ਼ਰ ਆਉਣਗੇ, ਸਾਨੂੰ ਥੋੜੇ ਜਿਹੇ ਨਜ਼ਰ ਆਉਣਗੇ ਜਿਹੜੇ ਹਨੇਰਾ ਹੋ ਜਾਏਗਾ, ਠੀਕ ਹੈ। ਤੇ ਉਸ ਵੇਲੇ ਜਿਹੜੇ ਸ਼ਾਮ ਦੇ ਵੇਲੇ ਚੜ੍ਹਦੇ ਪਾਸੇ ਨਜ਼ਰ ਆਉਣਗੇ, ਉਹ ਵੀ ਸਾਰੀ ਰਾਤ ਚੜੇ ਰਹਿਣਗੇ ਤੇ ਸਵੇਰੇ ਡੁੱਬ ਜਾਣਗੇ, ਠੀਕ ਹੈ। ਸੋ ਦੀ ਸਟਾਰ ਵਿਚ ਰਾਈਜ਼ਿਜ਼ ਇਨ ਦਾ ਈਸਟ ਇਨ ਦਾ ਈਵਨਿੰਗ ਦੇ ਸੈਟ ਇਨ ਦਾ ਵੈਸਟ ਇਨ ਦਾ ਅਰਲੀ ਮਾਰਨਿੰਗ। ਜਿਹੜੇ ਤਾਰੇ ਸਾਨੂੰ ਰਾਤੀ ਨਜ਼ਰ ਆਉਂਦੇ ਨੇ ਉਹ ਇੱਕ ਕਿਸਮ ਦੇ ਜਿੱਦਾਂ ਰਾਤੀ ਜਿੱਦਾਂ ਸੂਰਜ ਦਿਨੇ ਚੜ੍ਹਦਾ ਹੈ, ਤੇ ਉਹ ਤਾਰੇ ਜਿਹੜੇ ਰਾਤ ਵਾਲੇ ਨੇ ਉਹ ਰਾਤੀ ਚੜ੍ਹਦੇ ਨੇ ਤੇ ਦਿਨੇ ਉਹ ਥੱਲੇ ਡੁੱਬ ਜਾਂਦੇ ਨੇ। ਦੀ ਸਨ ਇਜ਼ ਨੀਅਰਲੀ 150 ਮਿਲੀਅਨ ਕਿਲੋਮੀਟਰਸ। ਇਹ ਦੇਖੋ 3 zeros 1000, 6 zeros ਮਿਲੀਅਨ, ਤੇ ਕਿੱਦਾਂ ਇੰਨਾ ਕਿੱਥੇ ਹੈਗਾ 150। ਸੋ 150 ਮਿਲੀਅਨ ਕਿਲੋਮੀਟਰਸ ਅਵੇ ਫਰੋਮ ਦੀ ਅਰਥ। ਦੇਖ ਲਓ ਬੱਚੋ ਕਿੰਨਾ, ਮਤਲਬ ਕਿ ਜਿਹੜਾ ਸਾਡਾ ਸੂਰਜ ਹੈ ਉਹ ਵੀ 150 ਮਿਲੀਅਨ ਯਾਨੀ ਕਿ 15 ਕਰੋੜ ਕਿਲੋਮੀਟਰ ਸਾਡੀ ਧਰਤੀ ਤੋਂ ਹੈ। ਤੇ ਮੈਂ ਕਿਹਾ ਹੁਣੀ ਤੁਹਾਨੂੰ ਕਿ ਜਿਹੜੇ ਤਾਰੇ ਨੇ ਇਹਨਾਂ ਤੋਂ ਵੀ ਕਈ ਲੱਖਾਂ ਗੁਣਾ ਜ਼ਿਆਦਾ ਕਿਲੋਮੀਟਰ ਸਾਡੇ ਤੋਂ ਦੂਰ ਨੇ, ਠੀਕ ਹੈ। ਸੋ ਦੀ ਨੈਕਸਟ ਨੀਅਰੈਸਟ ਸਟਾਰ, ਇਹ ਤੋਂ ਸੂਰਜ ਸਭ ਤੋਂ ਨੇੜੇ ਵਾਲਾ ਸਟਾਰ ਹੈ ਸਾਡਾ, ਬਿਕੋਜ਼ ਅਸੀਂ ਦੱਸਿਆ ਕਿ ਸੂਰਜ ਇਜ਼ ਆਲਸੋ ਅ ਸਟਾਰ। ਤੇ ਸੂਰਜ ਤੋਂ ਬਾਅਦ ਜਿਹੜਾ ਸਭ ਤੋਂ ਨੇੜੇ ਦਾ ਸਟਾਰ ਹੈ, ਦਾ ਨੈਕਸਟ ਨੀਅਰੈਸਟ ਸਟਾਰ ਇਜ਼ ਪ੍ਰੋਕਸੀਮਾ ਸੈਂਟੋਰੀ। ਉਹ ਕਿੰਨਾ ਦੂਰ ਹੈ, ਇਹ ਦੇਖੋ 1000 ਮਿਲੀਅਨ ਬਿਲੀਅਨ ਟ੍ਰਿਲੀਅਨ 40 ਟ੍ਰਿਲੀਅਨ ਕਿਲੋਮੀਟਰਸ, 40 ਟ੍ਰਿਲੀਅਨ ਕਿਲੋਮੀਟਰ ਫਰੋਮ ਦੀ ਅਰਥ। ਉਹ 40 ਟ੍ਰਿਲੀਅਨ ਕਿਲੋਮੀਟਰ ਦੂਰ ਹੈ, ਠੀਕ ਹੈ। ਸੋ ਸਮ ਸਟਾਰਸ ਆਰ ਈਵਨ ਫਰਦਰ ਅਵੇ, ਕਈ ਇਹ ਤੋਂ ਵੀ ਜ਼ਿਆਦਾ ਦੂਰ ਨੇ। ਫॉर sake of convenience such large distances are expressed in the unit light year। ਹੁਣ ਇੰਨਾ ਵੱਡਾ ਲਿਖਣ ਦੀ ਬਜਾਏ ਇਸ ਕਰਕੇ ਅਸੀਂ ਲਾਈਟ ਈਅਰ ਯੂਜ਼ ਕਰਦੇ ਹਾਂ, ਠੀਕ ਹੈ। ਜਿਵੇਂ ਵੱਡੇ ਡਿਸਟੈਂਸ ਲਈ ਧਰਤੀ ਤੇ ਅਸੀਂ ਬੱਚੋ ਜਿਹੜੇ ਹੁਣ ਡਿਸਟੈਂਸ ਬਾਈ ਕਾਰ ਦੇਖਦੇ ਹਾਂ, ਫਿਰ ਅਸੀਂ ਕਿਲੋਮੀਟਰ ਵਿੱਚ ਕਹਿੰਦੇ ਹਾਂ। ਅਸੀਂ ਹੁਣ ਦਰਬਾਰ ਸਾਹਿਬ ਦਾ ਡਿਸਟੈਂਸ ਕਹਿੰਦੇ 500 ਕਿਲੋਮੀਟਰ, ਅਸੀਂ ਇਹ ਤਾਂ ਨਹੀਂ ਕਹਿੰਦੇ 500,000 ਮੀਟਰ, ਉਹ ਤਾਂ ਬਹੁਤ ਵੱਡਾ ਹੋ ਜਾਏਗਾ ਲਿਖਣ ਨੂੰ। ਇਸੇ ਤਰ੍ਹਾਂ ਬੱਚੇ ਜਿਹੜੇ ਸੈਲੈਸਟੀਅਲ ਡਿਸਟੈਂਸ ਨੇ, ਐਸਟਰੋਨੋਮੀਕਲ ਡਿਸਟੈਂਸ ਨੇ, ਪੁਲਾੜ ਦੇ ਸਪੇਸ ਦੇ ਡਿਸਟੈਂਸ ਨੇ, ਦੇ ਆਰ ਐਕਸਪ੍ਰੈਸਡ ਇਨ ਲਾਈਟ ਈਅਰਸ, ਠੀਕ ਹੈ। ਤੇ ਲਾਈਟ ਈਅਰ ਕਿੰਨੀ ਹੈ ਦੱਸਿਆ ਤੁਹਾਨੂੰ, 9.46 ਟ੍ਰਿਲੀਅਨ ਕਿਲੋਮੀਟਰਸ, ਠੀਕ ਹੈ। ਦੀ ਡਿਸਟੈਂਸ ਆਫ ਅਲਫਾ ਸੈਂਟੋਰੀ ਇਜ਼ ਅਬਾਊਟ 4.3 ਲਾਈਟ ਈਅਰਸ। ਇਹਦਾ ਮਤਲਬ ਕੀ ਹੈ ਕਿ 4.3 into 9.46 ਟ੍ਰਿਲੀਅਨ ਕਿਲੋਮੀਟਰਸ। ਮਤਲਬ ਜਿੰਨਾ ਲਾਈਟ ਈਅਰ ਹੈ ਉਹ ਲਾਈਟ ਈਅਰ ਦੀ ਜਗ੍ਹਾ ਕੀ ਲਿਖ ਦਿਓ 9.46 into 10 to raise power 12, 19 ਕਿਲੋਮੀਟਰ ਹੋ ਜਾਏਗਾ ਜੇ ਇਹਨੂੰ ਇਹਦੇ ਨਾਲ ਗੁਣਾ ਕਰ ਦਾਂਗੇ 4.3 ਦੇ ਨਾਲ, ਠੀਕ ਹੈ ਬੱਚਿਓ। ਓਕੇ, ਹੁਣ ਅੱਗੇ ਬੱਚੋ ਕੌਂਸਟੀਲੇਸ਼ਨ। ਅ ਗਰੁੱਪ ਆਫ ਸਟਾਰਸ that appears to form a pattern। ਜਿੰਨਾ ਕੋਈ ਡਿਜ਼ਾਈਨ ਬਣਦਾ ਹੋਵੇ, ਕੋਈ ਪੈਟਰਨ ਬਣਦਾ ਹੋਵੇ, ਕੋਈ ਤਾਰਿਆਂ ਦਾ ਗਰੁੱਪ ਬਣ ਜਾਏ ਤੇ ਤਾਰੇ ਦੇ ਗਰੁੱਪ ਤੋਂ ਕੋਈ ਸਾਨੂੰ ਡਿਜ਼ਾਈਨ ਨਜ਼ਰ ਆਵੇ, ਉਸ ਚੀਜ਼ ਨੂੰ ਅਸੀਂ ਕਹਿੰਦੇ ਹਾਂ ਕੌਂਸਟੀਲੇਸ਼ਨ। ਐਂਡ ਔਰ ਹੈਜ਼ ਅ ਰੈਕੋਗਨਾਈਜ਼ੇਬਲ ਸ਼ੇਪ। ਅਸੀਂ ਕਹਿ ਸਕੀਏ ਕਿ ਇਹ ਜਿਹੜੇ ਤਾਰਿਆਂ ਦਾ ਗਰੁੱਪ ਹੈ ਇਹ ਇਹਦੇ ਵਰਗਾ ਲੱਗ ਰਿਹਾ ਹੈ, ਇਹ ਰਿਚ ਵਰਗਾ ਲੱਗ ਰਿਹਾ ਹੈ, ਸ਼ੇਰ ਵਰਗਾ ਲੱਗ ਰਿਹਾ ਹੈ, ਇਹ ਕਿਸੇ ਮੰਜੇ ਵਰਗਾ ਲੱਗ ਰਿਹਾ ਹੈ, ਇਹ ਕਿਸੇ ਚੀਜ਼ ਕੋਈ ਵੀ ਸ਼ੇਪ ਅਸੀਂ ਆਪਣੀ ਕਲਪਨਾ ਨਾਲ ਕਰ ਸਕਦੇ ਹਾਂ। ਸੋ ਉਸ ਨੂੰ ਅਸੀਂ ਕਹਿੰਦੇ ਹਾਂ ਕੌਂਸਟੀਲੇਸ਼ਨ ਇਜ਼ ਕਾਲਡ ਅ constellation। A group of stars which forms a pattern or a recognizable shape is known as constellation। They are helpful in recognizing stars in the sky। ਇਹਦੇ ਨਾਲ ਬੱਚਿਓ ਕੀ ਹੈ, ਸਾਨੂੰ ਤਾਰਿਆਂ ਦੀ ਪਛਾਣ ਕਰਨੀ ਸੌਖੀ ਹੋ ਜਾਂਦੀ ਹੈ। ਅਸੀਂ ਫਟ ਉਹ ਗਰੁੱਪ ਨੂੰ ਦੇਖ ਕੇ ਪੈਟਰਨ ਦੇਖ ਕੇ ਆਵਾਂਗੇ, ਅੱਛਾ ਇਹ 'ਚ ਇਹ ਵਾਲੇ ਤਾਰੇ ਹੈਗੇ ਨੇ, ਅੱਛਾ ਇਹ ਗਰੁੱਪ ਇਹ ਵਾਲਾ, ਇਹ ਕੌਂਸਟੀਲੇਸ਼ਨ ਇਹ 'ਚ ਇਹ ਵਾਲੇ ਤਾਰੇ ਹੈਗੇ ਨੇ। ਸੋ ਇਹਨਾਂ ਪਛਾਣ ਕਰਨੀ ਸੌਖੀ ਹੋ ਜਾਂਦੀ ਹੈ। ਅਸੀਂ ਬੱਚਿਓ ਤੁਹਾਨੂੰ ਮੈਂ ਜਿੱਦਾਂ ਦੱਸਿਆ ਕਿ ਮੈਂ ਮਰਚੈਂਟ ਨੇਵੀ ਵਿੱਚ ਕੰਮ ਕੀਤਾ ਸਾਰੀ ਉਮਰ, ਤੇ ਹੁਣ ਤੇ GPS ਆ ਗਏ, ਪਰ ਮੈਂ ਉਸ ਸਮੇਂ ਵੀ ਕੰਮ ਕੀਤਾ ਜਦੋਂ ਹਾਲੇ GPS ਜਹਾਜ਼ ਤੇ ਨਹੀਂ ਸੀਗਾ, ਤੇ ਅਸੀਂ ਤਾਰਿਆਂ ਤੋਂ ਪਛਾਣ ਕਰਕੇ ਤਾਰਿਆਂ ਤੋਂ ਪੋਜੀਸ਼ਨ ਲੈ ਕੇ ਆਪਣੇ ਜਹਾਜ਼ ਦੀ ਪੋਜੀਸ਼ਨ ਲੱਭਦੇ ਸੀਗੇ। ਹੁਣ ਵਿੱਚ ਸਮੁੰਦਰ ਦੇ ਚਾਰੋਂ ਪਾਸੇ ਪਾਣੀ ਪਾਣੀ, ਸਾਨੂੰ ਪਤਾ ਨਹੀਂ ਕਿੱਥੇ ਜਾਣਾ, ਤੇ ਅਸੀਂ ਕੀ ਕਰਦੇ ਸੀ ਤਾਰਿਆਂ ਤੋਂ ਸਵੇਰੇ
ਤੇ ਸ਼ਾਮੀ ਅਸੀਂ ਤਾਰਿਆਂ ਦੀ ਉਹ ਲੈਂਦੇ ਸੀਗੇ, ਆਲਟੀਚਿਊਡ ਲੈਂਦੇ ਸੀ ਸੈਕਸਟੈਂਟ ਦੇ ਨਾਲ, ਇੱਕ ਇੰਸਟਰੂਮੈਂਟ ਹੁੰਦਾ ਹੈ, ਫਿਰ ਅਸੀਂ ਕੈਲਕੂਲੇਸ਼ਨਾਂ ਕਰਦੇ ਸੀ, ਹਿਸਾਬ ਕਿਤਾਬ ਕਰਦੇ ਸੀ, ਉਹਦੇ ਨਾਲ ਸਾਨੂੰ ਜਹਾਜ਼ ਦੀ ਪੋਜੀਸ਼ਨ ਪਤਾ ਲੱਗਦੀ ਸੀ। ਸੋ ਇਹ ਤਾਰੇ ਜਿਹੜੇ ਨੇ ਇਹ ਬੜੇ ਯੂਜ਼ਫੁਲ ਨੇ, ਠੀਕ ਹੈ। ਸੋ ਅ ਕੌਂਸਟੀਲੇਸ਼ਨ ਹੈਜ਼ ਅ ਲਾਰਜ ਨੰਬਰ ਆਫ ਸਟਾਰਸ। ਇੱਕ ਕੌਂਸਟੀਲੇਸ਼ਨ ਵਿੱਚ 7, 8, 10 ਕਿੰਨੇ ਤਾਰੇ ਹੋ ਸਕਦੇ ਨੇ। ਹਾਊਐਵਰ ਵੀ ਕੈਨ ਸੀ ਓਨਲੀ ਦੀ ਬ੍ਰਾਈਟ ਸਟਾਰਸ। ਉਹ ਜਿਹੜੇ 7, 8, 10 ਦੱਸੇ ਨੇ ਉਹ ਜਿਹੜੇ ਸਾਨੂੰ ਨਜ਼ਰ ਆਉਂਦੇ ਨੇ, ਜਿਹੜੇ ਜ਼ਿਆਦਾ ਬ੍ਰਾਈਟ ਨੇ, ਪਰ ਉਹ 'ਚ ਹੋ ਸਕਦਾ ਬਹੁਤ ਸਾਰੇ ਐਸੇ ਤਾਰੇ ਹੋਣ ਵਿਚ ਆਰ ਵੈਰੀ ਡਿਮ, ਜਿਹੜੇ ਮੱਧਮ ਨੇ ਤੇ ਸਾਨੂੰ ਨੰਗੀ ਅੱਖ ਨਾਲ ਨਜ਼ਰ ਨਹੀਂ ਆਉਂਦੇ। ਸੋ ਵੀ ਸੀ ਓਨਲੀ ਦੀ ਬ੍ਰਾਈਟ 5 to 10 ਸਟਾਰਸ ਇਨ ਅ ਕੌਂਸਟੀਲੇਸ਼ਨ ਵਿਦ ਅਵਰ ਨੇਕਡ ਆਈ। ਨੇਕਡ ਆਈ ਹੁੰਦੀ ਹੈ ਵਿਦਾਊਟ ਐਨੀ ਲੈਂਸ, ਵਿਦਾਊਟ ਐਨੀ ਆਪਣਾ ਟੈਲੀਸਕੋਪ, ਹੈ ਨਾ, ਵਿਦਾਊਟ ਐਨੀ ਐਕਸਟਰਨਲ ਹੈਲਪ। ਨੰਗੀ ਅੱਖ ਦੇ ਨਾਲ ਸਾਨੂੰ ਸਿਰਫ 5 ਤੋਂ 10 ਤਾਰੇ ਹੀ ਨਜ਼ਰ ਆਉਂਦੇ ਨੇ। ਬਾਕੀ ਉਸ ਕੌਂਸਟੀਲੇਸ਼ਨ ਵਿੱਚ ਦੇਅਰ ਕੁਡ ਬੀ ਮੋਰ ਸਟਾਰਸ। ਆਲ ਦੀ ਸਟਾਰਸ ਵਿਚ ਮੇਕਅਪ ਅ ਕੌਂਸਟੀਲੇਸ਼ਨ ਆਰ ਨਾਟ ਐਟ ਦੀ ਸੇਮ ਡਿਸਟੈਂਸ। ਉਹ ਤਾਰੇ ਬੱਚੋ ਸਾਨੂੰ ਤੇ ਇਹਦਾ ਆਕਾਸ਼ ਵਿੱਚ ਜੜੇ ਨਜ਼ਰ ਆਉਂਦੇ ਨੇ, ਜੜੇ ਹੋਏ, ਪਰ ਉਹ ਸਾਰੇ ਦੀ ਦੂਰੀ ਇੱਕ ਨਹੀਂ ਹੈਗੀ, ਕੋਈ ਨੇੜੇ ਹੋਏਗਾ ਕੋਈ ਦੂਰ ਹੋਏਗਾ, ਪਰ ਉਹ ਕੀ ਸਾਡੀ ਇੱਕੋ ਦਿਸ਼ਾ 'ਚ, ਇੱਕੋ ਲਾਈਨ ਆਫ ਸਾਈਟ, ਦੇ ਆਰ ਜਸਟ ਇਨ ਦੀ ਸੇਮ ਲਾਈਨ ਆਫ ਸਾਈਟ ਇਨ ਦੀ ਸਕਾਈ। ਜਿਸ ਦਿਸ਼ਾ ਵਿੱਚ ਮੈਂ ਦੇਖ ਰਿਹਾ ਉਸ ਦਿਸ਼ਾ ਵਿੱਚ ਨਜ਼ਰ ਆ ਰਹੇ ਨੇ, ਪਰ ਹੋ ਸਕਦਾ ਇੱਕ ਤਾਰਾ ਕੋਲ ਹੋਵੇ ਤੇ ਇੱਕ ਤਾਰਾ ਬਹੁਤ ਪਿੱਛੇ ਹੋਵੇ, ਠੀਕ ਹੈ। ਜਿਵੇਂ ਮੈਂ ਕਿਤੇ ਸਾਹਮਣੇ ਦੂਰੋਂ ਤੋਂ ਪਹਾੜ ਦੇਖ ਰਿਹਾ, ਇੱਕ ਚੋਟੀ ਨਜ਼ਰ ਆਉਂਦੀ ਹੈ, ਉਹਦੇ ਪਿੱਛੇ ਕੋਈ ਹੋਰ ਚੋਟੀ ਨਜ਼ਰ ਆਉਂਦੀ ਹੈ, ਉਹਦੇ ਪਿੱਛੇ ਕੋਈ ਹੋਰ ਚੋਟੀ ਨਜ਼ਰ ਆਉਂਦੀ ਹੈ, ਪਰ ਮੈਨੂੰ ਇਹ ਤਾਂ ਨਹੀਂ ਪਤਾ ਉਹ ਜਿਹੜੀ ਪਿੱਛੇ ਵੇ ਕਿੰਨੀ ਪਿੱਛੇ ਵੇ। ਮੈਨੂੰ ਸਾਹਮਣੇ ਉਹ ਸਾਰੀਆਂ ਚੋਟੀਆਂ ਦੀ ਇੱਕ ਨਾ ਲੜੀ ਨਜ਼ਰ ਆਉਂਦੀ ਹੁੰਦੀ ਹੈ। ਸੋ ਇਸੇ ਤਰ੍ਹਾਂ ਤਾਰੇ ਤੇ ਸਾਨੂੰ ਜੜੇ ਹੋਏ ਆਕਾਸ਼ ਨਜ਼ਰ ਆਉਂਦੇ ਨੇ, ਬਟ ਆਲ ਸਟਾਰਸ ਆਰ ਨਾਟ ਐਟ ਦੀ ਸੇਮ ਡਿਸਟੈਂਸ, ਦੇ ਆਰ ਐਟ ਡਿਫਰੈਂਟ ਡਿਸਟੈਂਸਿਸ, ਠੀਕ ਹੈ ਬੱਚਿਓ। ਅੱਗੇ ਚਲੀਏ, ਹੁਣ ਇੱਕ ਕੌਂਸਟੀਲੇਸ਼ਨ ਦੇ ਕੁਝ ਨਾਂ ਅਸੀਂ ਤੁਹਾਡੇ ਨਾਲ ਚਰਚਾ ਕਰਾਂਗੇ। ਇੱਕ ਬੱਚਿਓ ਬੜਾ ਫੇਮਸ ਕੌਂਸਟੀਲੇਸ਼ਨ ਹੈਗਾ ਉਰਸਾ ਮੇਜਰ, ਠੀਕ ਹੈ। ਇਜ਼ ਵਨ ਆਫ ਦੀ ਮੋਸਟ ਫੇਮਸ ਕੌਂਸਟੀਲੇਸ਼ਨ ਸੀਨ ਇਨ ਸਮਰ ਟਾਈਮ ਇਨ ਦੀ ਅਰਲੀ ਪਾਰਟ ਆਫ ਦਾ ਨਾਈਟ। ਤੁਸੀਂ ਰਾਤੀ ਸ਼ਾਮਾਂ ਨੂੰ 8, 9 ਵਜੇ 10 ਵਜੇ ਦੇਖੋ, ਇਹ ਸਾਫ਼ ਨਜ਼ਰ ਆਉਂਦਾ ਹੈ, ਖਾਸ ਤੌਰ 'ਤੇ ਗਰਮੀ 'ਚ ਤੇ ਬੜਾ ਸਪਸ਼ਟ ਨਜ਼ਰ ਆਉਂਦਾ ਹੈ, ਪਿੰਡਾਂ ਵਿੱਚ ਤੇ ਬਹੁਤ ਵਧੀਆ ਨਜ਼ਰ ਆਉਂਦਾ ਹੈ। ਇਟ ਇਜ਼ ਆਲਸੋ ਨੋਨ ਐਜ਼ ਬਿਗ ਡਿੱਪਰ। ਇਹਨੂੰ ਬਿਗ ਡਿੱਪਰ ਹੁੰਦਾ ਬੱਚਿਓ, ਜਿੱਦਾਂ ਅਸੀਂ ਕਿਸੇ ਉਹ ਆਪਣੇ ਪਿਆਉ ਨਹੀਂ ਬਣੇ ਹੁੰਦੇ ਇੰਡੀਆ ਵਿੱਚ, ਤੇ ਉਹ ਘੜਿਆਂ 'ਚੋਂ ਪਾਣੀ ਲਈਦਾ, ਕੜਛੀ ਜੀ ਬਣੀ ਹੁੰਦੀ, ਕੜਛੀ ਵਾਂਗੂ ਇੱਕ ਉਹ ਆਪਣਾ ਕੱਪ ਜਿਹਾ ਹੁੰਦਾ, ਉਹਨਾਂ ਹੈਂਡਲ ਬਣਿਆ ਹੁੰਦਾ, ਇੱਥੇ ਇੱਦਾਂ ਪਾ ਕੇ ਉਹਨੂੰ ਕਹਿੰਦੇ ਡਿੱਪਰ। ਮਤਲਬ ਕਿ ਕਿਸੇ ਇੱਕ ਡੰਡਾ ਜਿਹਾ ਹੈਗਾ, ਡੰਡੇ ਦੇ ਨਾਲ ਇੱਕ ਕੱਪ ਜਿਹਾ ਲੱਗਾ ਹੋਇਆ, ਠੀਕ ਹੈ, ਕੱਪ ਦਾ ਵੱਡਾ ਜਿਹਾ ਹੈਂਡਲ ਹੋਵੇ, ਉਹਨੂੰ ਕਹਿੰਦੇ ਬਿਗ ਡਿੱਪਰ। ਦੀ ਗ੍ਰੇਟ ਬੀਅਰ ਵੀ ਕਹਿ ਦਿੰਦੇ ਆ ਇਹਨੂੰ, ਰਿਚ ਵਰਗਾ, ਔਰ ਦੀ ਸਪਤਰਿਸ਼ੀ, ਕਿਉਂਕਿ ਇਹ 'ਚ 7, ਇਹਦੇ ਵਿੱਚ 7 ਜਿਹੜੇ ਹੈਗੇ ਨੇ ਉਹ ਤਾਰੇ ਨੇ, ਤੇ ਇਹਦਾ ਨਾਮ ਹੈਗਾ ਉਰਸਾ ਮੇਜਰ ਅੰਗਰੇਜ਼ੀ ਵਿੱਚ। ਦੀ ਉਰਸਾ ਮੇਜਰ ਇਜ਼ ਯੂਜ਼ ਟੂ ਲੋਕੇਟ ਦੀ ਪੋਲ ਸਟਾਰ। ਇਹਦਾ ਵਧੀਆ ਜਿਹੜਾ ਮੇਨ ਇਹਦਾ ਫਾਇਦਾ ਹੈਗਾ, ਇਹਦੇ ਰਾਹੀਂ ਪੋਲ ਸਟਾਰ ਧਰੂ ਤਾਰੇ ਨੂੰ ਲੱਭਿਆ ਜਾ ਸਕਦਾ ਹੈ। ਉਹ ਮੈਂ ਤੁਹਾਨੂੰ ਦੱਸਾਂਗਾ ਕਿੱਦਾਂ ਲੱਭੀਦਾ, ਠੀਕ ਹੈ। ਅਗਲਾ ਹੈਗਾ ਬੱਚਿਓ ਕੈਸੀਪੀਆ। ਇਜ਼ ਅਨਦਰ ਪ੍ਰੋਮੀਨੈਂਟ ਕੌਂਸਟੀਲੇਸ਼ਨ ਇਨ ਦੀ ਨਾਰਦਰਨ ਸਕਾਈ। ਇਹ ਉੱਤਰੀ ਜਿਹੜਾ ਆਕਾਸ਼ ਹੈ ਉਸ ਪਾਸੇ ਨਜ਼ਰ ਆਉਂਦਾ ਹੈ, ਨਾਰਦਰਨ ਹੈਮੀਸਫੀਅਰ ਵਿੱਚ, ਲੋਕੇਟਡ ਨੀਅਰ ਪੋਲੈਰਿਸ। ਇਟ ਇਜ਼ ਵਿਜ਼ੀਬਲ ਡਿਊਰਿੰਗ ਵਿੰਟਰ। ਇਹ ਬੱਚਿਓ ਇਹ ਜ਼ਿਆਦਾਤਰ ਸਿਆਲਾਂ 'ਚ ਨਜ਼ਰ ਆਉਂਦਾ ਹੈ। ਇਨ ਦੀ ਅਰਲੀ ਪਾਰਟ ਆਫ ਦਾ ਨਾਈਟ, ਇਹ ਵੀ ਜਦੋਂ ਰਾਤ ਸ਼ੁਰੂ ਹੁੰਦੀ ਹੈ ਉਦੋਂ ਨਜ਼ਰ ਆਉਂਦਾ ਹੈ। ਤੇ ਇਟ ਲੁਕਸ ਲਾਈਕ ਅ ਡਿਸਟੋਰਟਿਡ W ਔਰ M। ਇਹ ਜਾਂ W ਵਰਗਾ ਲੱਗਦਾ ਹੈ ਤੇ ਜਾਂ M ਵਰਗਾ ਲੱਗਦਾ ਹੈ, ਥੋੜਾ ਜਿਹਾ ਟੇਢਾ ਹੋਇਆ ਹੁੰਦਾ ਹੈ, ਤੇ W ਜਾਂ M ਵਰਗੀ ਦੀ ਸ਼ੇਪ ਹੈਗੀ ਹੈ, ਠੀਕ ਹੈ। ਆਓ ਦੇਖੀਏ, ਇਹ ਦੇਖੋ ਬੱਚਿਓ, ਇਹ ਹੈਗਾ ਉਰਸਾ ਮੇਜਰ। ਇਹਦੇ 'ਚ 7 ਤਾਰੇ ਨੇ, 1, 2, 3, 4, 5, 6 ਤੇ 7। ਹੁਣ ਬੱਚਿਓ ਇਹ ਮੰਨ ਲਓ ਇਹ ਹੈਗਾ ਹੈਂਡਲ, ਇਹ ਹੈਗਾ ਹੈਂਡਲ, ਇਹ ਹੈਗਾ ਹੈਂਡਲ ਇੱਥੇ ਤੱਕ, ਤੇ ਇਹ ਹੈਗਾ ਕੱਪ, ਹੈਗਾ ਕੱਪ, ਇਹ ਬਣ ਗਿਆ ਕੱਪ, ਤੇ ਹੈਗਾ ਹੈਂਡਲ। ਸੋ ਇਹ ਹੋ ਗਿਆ ਹੈਂਡਲ, ਤਾਂ ਇਹਨੂੰ ਕਿਹਾ ਜਾਂਦਾ ਦ ਗ੍ਰੇਟ ਡਿੱਪਰ। ਤੇ ਬੱਚਿਓ ਜਿਹੜਾ ਕੁਆਡਰੀਲੇਟਰ ਬਣ ਰਿਹਾ ਵਾਲਾ, ਇਹਦਾ ਜਿਹੜੇ ਇਹ 2 ਤਾਰੇ ਨੇ, ਇਹਦੇ ਵੱਲ ਦੇਖੋ, ਤੇ ਥੱਲੇ ਵਾਲੇ ਪਾਸੇ ਜਿਸ ਪਾਸੇ ਖੁੱਲ੍ਹਾ ਹੈ, ਦੇਖੋ ਇੱਥੇ ਇਹ ਡਿਸਟੈਂਸ ਘੱਟ ਹੈ, ਇੱਥੇ ਡਿਸਟੈਂਸ ਜ਼ਿਆਦਾ ਹੈ। ਸੋ ਜਿਸ ਪਾਸੇ ਡਿਸਟੈਂਸ ਜ਼ਿਆਦਾ ਹੈ ਉਸ ਪਾਸੇ ਤੁਸੀਂ ਆਪਣੀ ਕਲਪਨਾ ਕਰੋ, ਯੂ ਇਮੇਜਿਨ ਅ ਲਾਈਨ ਜੁਆਇਨਿੰਗ ਦੀਸ 2 ਸਟਾਰਸ ਐਂਡ ਗੋਜ਼ ਹੇਅਰ, ਤੇ ਇੱਥੇ ਜਾ ਕੇ ਬੱਚੋ ਤੁਹਾਨੂੰ ਬੜਾ ਕਲੀਅਰ ਨਜ਼ਰ ਆਏਗਾ, ਇੱਥੇ ਹੈਗਾ ਪੋਲ ਸਟਾਰ। ਸੋ ਉਰਸਾ ਮੇਜਰ ਇਜ਼ ਯੂਜ਼ਡ ਟੂ ਲੋਕੇਟ ਦੀ ਪੋਲ ਸਟਾਰ ਔਰ ਪੋਲੈਰਿਸ ਔਰ ਧਰੂ ਤਾਰਾ, ਠੀਕ ਹੈ ਬੱਚਿਓ। ਸੋ ਇਹ ਜਿਹੜਾ ਗ੍ਰੇਟ ਬੀਅਰ ਜਿਹੜਾ ਹੈ, ਇਹਦਾ ਇਹ ਫਾਇਦਾ ਹੈ ਕਿ ਇਹਦੇ ਨਾਲ ਪੋਲ ਸਟਾਰ ਬੜੀ ਆਸਾਨੀ ਦੇ ਨਾਲ ਪਛਾਣਿਆ ਜਾ ਸਕਦਾ ਹੈ, ਆਇਡੈਂਟੀਫਾਈ ਕੀਤਾ ਜਾ ਸਕਦਾ, ਲੋਕੇਟ ਕੀਤਾ ਜਾ ਸਕਦਾ ਹੈ, ਠੀਕ ਹੈ। ਆਓ ਅੱਗੇ ਚਲੀਏ, ਇਹ ਦੇਖੋ ਬੱਚਿਓ, ਤੁਹਾਨੂੰ ਦੱਸਿਆ ਪੋਲ ਸਟਾਰ ਕਿਉਂਕਿ ਧੁਰੀ ਦੇ ਉੱਤੇ ਹੈਗਾ, ਧੁਰੇ ਦੇ ਉੱਤੇ ਹੈਗਾ, ਐਕਸਿਸ ਦੇ ਉੱਤੇ ਹੈਗਾ, ਸੋ ਇਟ ਡਜ਼ ਨੋਟ ਚੇਂਜ ਪੋਜੀਸ਼ਨ। ਧਰਤੀ ਦਾ ਵੈਸਟ ਟੂ ਈਸਟ ਘੁੰਮਦੀ ਹੈ, ਇੱਦਾਂ ਧਰਤੀ ਇੱਦਾਂ ਘੁੰਮਦੀ ਹੈ,
ਤੇ ਜਿਹੜੇ ਸੂਰਜ ਤਾਰੇ ਨੇ ਉਹ ਇਦਾਂ ਘੁੰਮਦੇ ਨੇ ਉਲਟਾ ਆਕਾਸ਼ ਵਿੱਚ। ਹੁਣ ਦੇਖੋ ਪੋਲ ਸਟਾਰ, ਇਹ ਦੇਖੋ ਇਹ ਪੋਲ ਸਟਾਰ ਹੈ, ਇਹ ਇੱਥੋਂ ਆਇਆ, ਇਹ ਫਿਰ ਗ੍ਰੇਟ ਬੀਅਰ ਇੱਦਾਂ ਘੁੰਮਿਆ, ਪਰ ਇਹ ਤਾਰਾ ਫਿਰ ਵੀ ਇੱਥੇ ਰਿਹਾ, ਫਿਰ ਗ੍ਰੇਟ ਬੀਅਰ ਘੁੰਮ ਕੇ ਇੱਥੇ ਆ ਗਿਆ ਈਸਟ ਟੂ ਵੈਸਟ, ਠੀਕ ਹੈ। ਇਹ ਦੇਖੋ ਪੋਲ ਸਟਾਰ ਫਿਰ ਵੀ ਇੱਥੇ ਹੈਗਾ, ਫਿਰ ਇਹ ਗ੍ਰੇਟ ਬੀਅਰ ਘੁੰਮ ਕੇ ਇੱਥੇ ਆ ਗਿਆ, ਫਿਰ ਇਹ ਦੇਖੋ ਇਹ ਪੋਲ ਸਟਾਰ ਇੱਥੇ ਹੀ ਹੈਗਾ, ਠੀਕ ਹੈ ਨਾ ਬੱਚਿਓ। ਇਹ ਕੋਲ ਸਾਫ਼ ਨਜ਼ਰ ਆ ਰਿਹਾ, ਦੇਖੋ ਇਹ ਡਿੱਪਰ ਹੈ, ਦੇਖੋ ਇਹ ਹੋ ਗਿਆ ਹੈਂਡਲ ਤੇ ਇਹ ਹੋ ਗਿਆ ਕੋਲਾ, ਇਹ ਤੁਹਾਡਾ ਬਣ ਗਿਆ ਇਹ ਡਿੱਪਰ ਹੈਗਾ। ਸੋ ਬੱਚਿਓ ਡਿੱਪਰ ਦਾ ਜਿਹੜਾ ਬਾਹਰਲਾ ਹਿੱਸਾ ਹੈ ਇਹਦੀ ਲਾਈਨ ਨੂੰ ਜੋੜਨਾ ਹੈ ਤੇ ਇਹ ਸਿੱਧੀ ਜਾਏਗੀ ਪੋਲ ਸਟਾਰ ਤੇ, ਠੀਕ ਹੈ। ਸੋ ਪੋਲ ਸਟਾਰ ਡਜ਼ ਨਾਟ ਮੂਵ, does not shift its position. Why? Because it is located on the axis of the earth, ठीक है, and it can be easily located with the help of Ursa Major, ठीक है। आगे चलिए, आगे बच्चों ओराइन, इनू बेल्ट ऑफ ओराइन भी कहने, यह भी बड़ा इंपॉर्टेंट एक कॉन्स्टलेशन है और असी इसनू भी जहाज़ से यूज़ करते सीगे। इट इज़ वन ऑफ द मोस्ट मैगनीफिसेंट मैंने बड़ा ब्यूटीफुल, बड़ा मज़ेदार एंड वैल नोन कॉन्स्टलेशनस। ਇਹ ਜਿਹੜੇ ਸਮੁੰਦਰ ਦੇ ਜਿਹੜੇ ਕੰਮ ਕਰਦੇ ਨਾ ਬੱਚਿਓ, ਉਹ ਸਾਰਿਆਂ ਨੂੰ ਇਹਦੇ ਬਾਰੇ ਪਤਾ ਹੁੰਦਾ ਹੈ। ਦੈਟ ਕੈਨ ਬੀ ਸੀਨ ਡਿਊਰਿੰਗ ਵਿੰਟਰ ਇਨ ਦੀ ਲੇਟ ਇਵਨਿੰਗਸ, ਇਹ ਵੀ ਬੱਚਿਓ ਵਿੰਟਰ 'ਚ ਸਿਆਲਾਂ 'ਚ ਨਜ਼ਰ ਆਉਂਦਾ ਹੈ, ਠੀਕ ਹੈ। ਓਰਾਇਨ ਇਜ਼ ਆਲਸੋ ਕਾਲਡ ਦੀ ਹੰਟਰ ਐਂਡ ਹੈਜ਼ 7 ਸਟਾਰਸ, ਇਹਦੇ ਵਿੱਚ ਵੀ 7 ਤਾਰੇ ਹੁੰਦੇ ਨੇ। ਗ੍ਰੇਟ ਬੀਅਰ 'ਚ ਵੀ 7 ਤਾਰੇ ਨੇ, ਇਹ 'ਚ ਵੀ 7 ਤਾਰੇ ਨੇ। ਦੀ 3 ਮਿਡਲ ਸਟਾਰਸ ਰਿਪਰੈਜ਼ੈਂਟ ਦੀ ਬੈਲਟ ਆਫ ਦੀ ਹੰਟਰ, ਦੀ 4 ਬ੍ਰਾਈਟ ਸਟਾਰਸ ਮੇਕ ਅ ਕੁਆਡਰੀਲੇਟਰਲ, ठीक है, एक चतुर्भुज बनता है। A straight line passing through the 3 middle stars of Orion leads to the brightest star Sirius towards the east। मतलब कि पूरब वाले पासे जे तुसी सेंटर दे 3 तारियां तो एक लाइन की कल्पना करो, एक्सटेंड करो ईस्ट वाले पासे, तो सब तो जो चमकदार तारा बच्चों पता किहड़ा है, वो है सीरियस। सीरियस अंग्रेजी वाला वर्ड नहीं है जिहदा मतलब गंभीर या संगीन होंदा है, है सीरियस, SIRIUS। इट इज़ द ब्राइटेस्ट स्टार इन द स्काई, ठीक है, सब तो ज़्यादा चमकदार है। और देखिए देखो हैगी बेल्ट ऑफ ओराइन, देखो 1 2 ते 3 ते 4, यह मेन 4 ने, एक वैसे नाल जोड़ दिता है, 1 2 3 4 क्वाड्रीलेटर बन गया, तो विच सेंटर के 3 तारे ने, 1 2 3, तो 3 तारियां जिहड़े तुसीं जोड़ो, 3 तारियां जोड़ो इदां तो ईस्ट वाले पासे जाओ, पूर्व वाले पासे, तुहानूं जिहड़े आकाश में खड़े होवोगे तो तुहानूं पता लग जाएगा भी एक पासे ईस्ट होएगा, दूजे पासे वैस्ट होएगा। सो इहनूं जिहड़ा ईस्ट वाला पासा है, तुहानूं पता सूरज कित्थों चढ़दा है, जिथे तुसीं खड़े हो, जिस जगह ते तुसीं हैगे हो, तो ईस्ट वाले पासे तुसीं यह लाइन नूं एक्सटेंड करो तो तुसीं देखोगे तारा बड़ा ज़्यादा चमक रहा, तो उस तारे नूं कहा जाता है सीरियस। सो यह बच्चों ग्रेट बियर इज़ यूज्ड टू लोकेट द पोल स्टार and the Orion is used to locate the Sirius, ठीक है प्यारे बच्चों। सो ऐसी बच्चों की वर्ड्स पार्ट 1 चैप्टर 17 का दी स्टार्स एंड दी सोलर सिस्टम। अगले वीडियो विच की वर्ड्स पार्ट 2 विच असी इस चैप्टर का जो बचता हिस्सा है वो तुहाडे लई छेती ही लैके आवांगे, ते तुसी इसी तरह डिसिपलिन दे नाल, डेडिकेशन दे नाल, फोकस के नाल ते रेगुलैरिटी के नाल, निरंतरता अपना मन लगा के तुसी अपनी पढ़ाई करते रहो ते अगे बढ़ते रहो। अगली वीडियो तक लई गुड बाय। तुहाडा सारिआं दा बहुत बहुत धन्नवाद। रब रखा। थैंक यू वेरी मच।